सत श्री अकाल न्यूज़ 18 पंजाब हरियाणा हिमाचल तुसीं देख रहे हो गौरव शुक्ला मैं हां तुहाडे नाल हाज़र हां खबरां दा प्राइम टाइम लैके। नवे खेती कानूनां दे खिलाफ धरने प्रदर्शन जारी ने। धरने प्रदर्शनां दे विचाले सियासत भी हो रही है, तुसीं बखूबी समझ रहे होवोगे इस चीज़ नूं ते इस दे विचाले मुलाकातां दा दौर भी जारी है ते मंग हो रही है कि विधान सभा दा विशेष इजलास सद लिया जाए, मते इस दे खिलाफ पा दित्ते जाण। ਅੱਜ ਅਸੀਂ ਗੱਲ ਕਰਾਂਗੇ ਕਿ ਜੇਕਰ ਵਿਧਾਨ ਸਭਾ ਦੇ ਵਿੱਚ ਮਤਾ ਪਾ ਦਿੱਤਾ ਜਾਂਦਾ ਵਿਸ਼ੇਸ਼ ਇਜਲਾਸ ਸੱਦ ਕੇ ਜਾਂ ਫਿਰ ਕਾਨੂੰਨ ਰੱਦ ਕਰਨ ਵਰਗਾ ਕੋਈ ਫੈਸਲਾ ਵਿਧਾਨ ਸਭਾ ਲੈ ਲੈਂਦੀ ਹੈ ਜਿਸ ਦੀਆਂ ਖੂਬ ਚਰਚਾਵਾਂ ਇਸ ਸਮੇਂ ਹੋ ਰਹੀਆਂ ਨੇ ਤਾਂ ਉਸ ਦਾ ਅਸਰ ਕੀ ਹੋਏਗਾ। ਜੇਕਰ ਪੂਰੇ ਪੰਜਾਬ ਨੂੰ ਮੰਡੀ ਦੇ ਵਜੋਂ ਨੋਟੀਫਾਈ ਕਰ ਦਿੱਤਾ ਜਾਂਦਾ, ਹਰ ਇੱਕ ਗਲੀ ਮੁਹੱਲਾ ਕੋਈ ਖੇਤ ਕਿਸ ਦਾ ਘਰ ਸਭ ਕੁਝ ਜੋ ਮੰਡੀ ਹੋ ਜਾਏਗਾ, ਮੰਡੀ ਨੋਟੀਫਾਈ ਹੋ ਜਾਏਗੀ ਤਾਂ ਉਸ ਦਾ ਕੀ ਮਤਲਬ ਹੋਏਗਾ। ਇੱਕ ਪੰਜਾਬ ਦਾ ਕਿਸਾਨ ਤੇ ਇੱਕ ਹਰਿਆਣਾ ਦਾ ਕਿਸਾਨ ਦੋਵਾਂ ਦੇ ਵਿੱਚ ਕੀ ਅੰਤਰ ਹੋਏਗਾ ਜੇਕਰ ਇਸ ਤਰੀਕੇ ਨਾਲ ਮੰਡੀ ਨੋਟੀਫਾਈ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਮਤਾ ਪਾ ਦਿੱਤਾ ਜਾਂਦਾ ਜਾਂ ਕਾਨੂੰਨ ਰੱਦ ਕਰ ਦਿੱਤੇ ਜਾਂਦੇ ਨੇ। ਅੱਜ ਗੱਲ ਅਸੀਂ ਇਹ ਵੀ ਕਰਾਂਗੇ ਕਿ ਕੇਂਦਰ ਦੀ ਸਰਕਾਰ ਕਰਨਾ ਕੀ ਚਾਹੁੰਦੀ ਹੈ, ਆਖਿਰ ਕੇਂਦਰ ਦੀ ਸਰਕਾਰ ਇਸ ਪੂਰੇ ਖੇਤੀ ਕਾਨੂੰਨਾਂ ਦੇ ਨਾਲ ਕੀ ਕਹਿਣਾ ਚਾਹੁੰਦੀ ਹੈ ਉਸ ਦੇ ਉੱਤੇ ਵੀ ਗੱਲ ਹੋਵੇਗੀ। ਤੇ ਸਵਾਲ ਤਾਂ ਇੱਥੇ ਇਹ ਵੀ ਉੱਠ ਰਿਹਾ ਹੈ ਕਿ ਜਿਹੜੀਆਂ ਸਿਆਸੀ ਧਿਰਾਂ ਅੱਜ ਵਿਰੋਧ ਵੀ ਕਰ ਰਹੀਆਂ ਨੇ ਕਿ ਉਹ ਇਸ ਗੱਲ ਦੀ ਸ਼ੋਰਟੀ ਲੈਂਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਮਐਸਪੀ ਹਮੇਸ਼ਾ ਦੇ ਲਈ ਰਹੇਗਾ ਕਿ ਹਮੇਸ਼ਾ ਤੁਹਾਨੂੰ ਤੁਹਾਡੀਆਂ ਫਸਲਾਂ ਦਾ ਐਮਐਸਪੀ ਹਮੇਸ਼ਾ ਦੇ ਲਈ ਮਿਲਦਾ ਰਹੇਗਾ। ਤੇ ਦੂਜਾ ਪੁਆਇੰਟ ਇਹ ਵੀ ਕਿ ਪੰਜਾਬ ਦੇ ਕਿਸਾਨ ਕੀ ਇਸੇ ਤਰ੍ਹਾਂ ਹਮੇਸ਼ਾ ਕਣਕ ਬੀਜਦੇ ਰਹਿਣਗੇ, ਝੋਨਾ ਲਗਾਉਂਦੇ ਰਹਿਣਗੇ ਕਿ ਹਮੇਸ਼ਾ ਐਵੇਂ ਚੱਲਦਾ ਰਹੇਗਾ। ਅੱਜ ਅਸੀਂ ਇਹਨਾਂ ਸਾਰੇ ਮੁੱਦਿਆਂ ਉੱਤੇ ਖੁੱਲ੍ਹ ਕੇ ਅਤੇ ਸਾਰਥਕ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਗੱਲ ਹੋਵੇਗੀ ਕਾਨੂੰਨ, ਕਿਸਾਨ ਅਤੇ ਕਾਨੂੰਨੀ ਪੇਚ ਦੇ ਉੱਤੇ। मैं शुरुआत ਦੇ ਵਿੱਚ ਜ਼ਿਕਰ ਕੀਤਾ ਕਿ ਮੁਲਾਕਾਤਾਂ ਦਾ ਦੌਰ ਵੀ ਜਾਰੀ ਹੈ। ਮੁਲਾਕਾਤਾਂ ਹੋਈਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੀ ਤੇ ਇਸ ਵਿਚਾਲੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ। ਮੈਂ ਉਸ ਵੱਡੀ ਖਬਰ ਤੋਂ ਹੀ ਸ਼ੁਰੂਆਤ ਕਰਨ ਜਾ ਰਿਹਾ ਹਾਂ, ਉਸ ਤੋਂ ਬਾਅਦ ਇਸ ਪੂਰੀ ਗੱਲਬਾਤ ਨੂੰ ਅਸੀਂ ਅੱਗੇ ਤੋਰਾਂਗੇ। ਮਹਿਮਾਨ ਸਾਡੇ ਨਾਲ ਜੁੜਨਗੇ। ਵੱਡੀ ਖਬਰ ਦਿੰਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ। ਇਸ ਦੇ ਸੰਕੇਤ ਸਾਫ਼ ਤੌਰ ਤੇ ਦਿੱਤੇ ਗਏ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਹਾਮੀ ਭਰ ਦਿੱਤੀ ਹੈ। ਕਿਸਾਨ ਜਥੇਬੰਦੀਆਂ ਦੇ 31 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਸਨ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਨ ਦੇ ਲਈ ਤੇ ਉਹਨਾਂ ਨੇ ਮੰਗ ਰੱਖੀ ਕਿ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਸੱਦੋ, ਤੁਸੀਂ ਇਸ ਦੇ ਖਿਲਾਫ ਮਤਾ ਲੈ ਕੇ ਆਓ, ਤੁਸੀਂ ਅੱਗੇ ਕਾਰਵਾਈ ਕਰੋ ਤੇ ਇਸ ਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹਾਮੀ ਭਰ ਦਿੱਤੀ ਗਈ। ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਇਹ ਸਾਫ਼ ਕਰ ਚੁੱਕੀ ਹੈ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ। ਕਿਸਾਨਾਂ ਦੇ ਨਾਲ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਇਜਲਾਸ ਸੱਦਣ ਦੀ ਹਾਮੀ ਭਰ ਦਿੱਤੀ ਹੈ। ਕਦੋਂ ਸੱਦਿਆ ਜਾਏਗਾ ਇਹ ਅਜੇ ਕਲੀਅਰ ਨਹੀਂ ਕੀਤਾ ਗਿਆ। ਕਾਨੂੰਨਾਂ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤੇ ਪਾਸ ਕਰਨ ਦੀ ਤਿਆਰੀ ਦੇ ਵਿੱਚ ਇਸ ਸਮੇਂ ਪੰਜਾਬ ਸਰਕਾਰ ਹੈ। ਕਾਨੂੰਨਾਂ ਨੂੰ ਲੈ ਕੇ 31 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੀਐਮ ਦੇ ਨਾਲ ਮੀਟਿੰਗ ਕੀਤੀ। ਕੈਪਟਨ ਦੇ ਭਰੋਸੇ ਦੇ ਵਿਚਾਲੇ ਕਿਸਾਨਾਂ ਦੇ ਵੱਲੋਂ ਵੱਡੇ ਅੰਦੋਲਨ ਦਾ ਐਲਾਨ ਵੀ ਕਰ ਦਿੱਤਾ ਗਿਆ। 1 ਅਕਤੂਬਰ ਤੋਂ ਅਣਮਿੱਥੇ ਸਮੇਂ ਦੇ ਲਈ ਜਿਹੜੇ ਕਿਸਾਨ ਨੇ ਉਹ ਧਰਨੇ ਪ੍ਰਦਰਸ਼ਨ ਕਰਨਗੇ, ਰੇਲ ਰੋਕੋ ਅੰਦੋਲਨ ਹੋਣਗੇ। ਤੇ ਅੱਜ ਮੁਲਾਕਾਤ ਹੋਈ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਇਸ ਮੁਲਾਕਾਤ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੈ, ਕੀ ਕੁਝ ਮੰਗਾਂ ਰੱਖੀਆਂ ਨੇ ਕਿਸਾਨਾਂ ਨੇ, ਪਹਿਲਾਂ ਤੁਹਾਨੂੰ ਉਹ ਸੁਣਵਾਉਂਦੇ ਆ ਜਿਹੜੇ ਕਿਸਾਨ ਗੱਲਬਾਤ ਕਰਕੇ ਬਾਹਰ ਆਏ। ਮੁੱਖ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਕੀ ਕਿਹਾ। ਚਲੋ ਇਜਲਾਸ ਸੱਦ ਕੇ ਇਹ ਜਿਹੜੇ ਆਰਡੀਨੈਂਸ ਹੈ ਇਹਨਾਂ ਨੂੰ ਰੱਦ ਕਰੋ ਵੀ ਅਸੀਂ ਲਾਗੂ ਨਹੀਂ ਕਰਾਂਗੇ ਪੰਜਾਬ 'ਚ। ਇਹਨਾਂ ਆਰਡੀਨੈਂਸਾਂ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਾਂਗੇ। ਇਹ ਫੈਸਲਾ ਹੋਇਆ। ਉਹ ਕਾਨੂੰਨ ਜੇ ਅਸੈਂਬਲੀਆਂ ਕਰ ਦੇਣ, ਬਹੁਤੀਆਂ ਅਸੈਂਬਲੀਆਂ ਕਰ ਦੇਣ, ਅਸੀਂ ਸ਼ੁਰੂ ਪੰਜਾਬ ਚੋਂ ਕਰਾਂਗੇ, ਬਾਕੀ ਅਸੈਂਬਲੀਆਂ ਤੋਂ ਵੀ ਕਰਵਾਓ। ਨਹੀਂ, ਅਸੀਂ ਮਨਜ਼ੂਰ ਕੀਤਾ ਉਹਨਾਂ ਨੂੰ ਇਜਲਾਸ ਸੱਦਣ ਵਾਸਤੇ। ਬਈ ਦੇਖੋ ਕਿਸਾਨ ਅੰਦੋਲਨ ਵੀ ਅਸੀਂ ਪੰਜਾਬ ਤੋਂ ਸ਼ੁਰੂ ਕੀਤਾ ਤੇ ਜਿਹੜਾ ਅਸੈਂਬਲੀਆਂ ਵਾਲਾ ਅੰਦੋਲਨ ਹੈ ਇਹ ਵੀ ਪੰਜਾਬ ਤੋਂ ਸ਼ੁਰੂ ਕਰਾਂਗੇ। ਪਿੰਡਾਂ ਦੇ ਵਿੱਚ ਮਤੇ ਪਾਉਣ ਦੀ ਗੱਲ ਉਹ ਵੀ ਮੰਨ ਲਈ ਉਹਨਾਂ ਨੇ, ਪਿੰਡਾਂ 'ਚ ਵੀ ਅਸੀਂ ਮਤੇ ਪਵਾਵਾਂਗੇ। ਭਾਜਪਾ ਲੀਡਰਸ਼ਿਪ ਦਾ ਟੋਟਲ ਬਾਈਕਾਟ ਕਰਾਂਗੇ। ਇੱਕ ਮੈਂ ਇੱਥੇ ਗੱਲ ਹੋਰ ਐਡ ਕਰ ਦੇਣੀ ਚਾਹੁੰਦਾ, ਜਿਹੜੀਆਂ ਹੁਣ ਮੰਡੀਆਂ ਦੇ ਵਿੱਚ ਫਸਲ ਆ ਰਹੀ ਅਸੀਂ ਇਹ ਵੀ ਉਹਨਾਂ ਨੂੰ ਕਿਹਾ ਹੈ ਪਾਸ ਸਿਸਟਮ ਸਾਨੂੰ ਬਹੁਤਾ ਮਨਜ਼ੂਰ ਨਹੀਂ, ਇਹਨੂੰ ਪਾਸ ਸਿਸਟਮ ਨੂੰ ਸਹੀ ਕਰੋ। ਪਿਛਲੇ ਵਾਰੀ ਵੀ ਛੋਟੇ ਕਿਸਾਨਾਂ ਦੀ ਲੁੱਟ ਹੋਈ ਹੈ, ਇਹਦੇ ਵਿੱਚ ਵੱਡੇ ਕਿਸਾਨਾਂ ਵਪਾਰੀਆਂ ਨੂੰ ਫਾਇਦਾ ਹੋ ਜਾਂਦਾ, ਉਹ ਟਰਾਲੀਆਂ ਲੈ ਆਉਂਦਾ, ਛੋਟਾ ਕਿਸਾਨ ਮਾਰਿਆ ਜਾਂਦਾ। ਤਾਂ ਕਿਸਾਨਾਂ ਨੇ ਗੱਲਬਾਤ ਕੀਤੀ ਹੈ ਤੇ ਮੰਗ ਰੱਖੀ ਹੈ ਕਿ ਤੁਸੀਂ ਵਿਧਾਨ ਸਭਾ ਦਾ ਇਜਲਾਸ ਸੱਦੋ ਤੇ ਨਾਲ ਕੀ ਜਿਹੜੇ ਪਿੰਡਾਂ ਦੇ ਪੱਧਰ ਦੇ ਉੱਤੇ ਵੀ ਮਤੇ ਪਾਉਣ ਦੀ ਗੱਲ ਕਹੀ ਜਾ ਰਹੀ ਹੈ ਗ੍ਰਾਮ ਸਭਾ ਦੇ ਵਿੱਚ। ਇਹ ਆਮ ਆਦਮੀ ਪਾਰਟੀ ਵੀ ਜ਼ਿਕਰ ਕਰਦੀ ਹੈ, ਪਰ ਇਸ ਸਭ ਦੇ ਵਿਚਾਲੇ ਬੀਜੇਪੀ ਕਹਿ ਰਹੀ ਹੈ, ਉਹ ਵੀ ਤੁਹਾਨੂੰ ਸੁਣਾਉਂਦੇ ਆ। ਦਰਅਸਲ ਦੇਸ਼ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੇ ਵੱਲੋਂ ਕਿਹਾ ਗਿਆ ਹੈ, ਜੋ ਕਿ ਬੀਜੇਪੀ ਆਗੂ ਨੇ ਸਤਪਾਲ ਜੈਨ, ਉਹ ਕਹਿ ਰਹੇ ਨੇ ਕਿ ਸੂਬਾ ਸਰਕਾਰਾਂ ਆਪਣੇ ਪੱਧਰ ਦੇ ਉੱਤੇ ਕੇਂਦਰ ਦੇ ਵੱਲੋਂ ਬਣਾਏ ਗਏ ਕਾਨੂੰਨ ਦੇ ਉੱਤੇ ਕੋਈ ਫੈਸਲਾ ਨਹੀਂ ਲੈ ਸਕਦੀਆਂ। ਹਾਂ, ਸੂਬਾ ਸਰਕਾਰਾਂ ਸੁਪਰੀਮ ਕੋਰਟ ਦਾ ਰੁਖ
ਜ਼ਰੂਰ ਕਰ ਸਕਦੀਆਂ ਨੇ ਤੇ ਨਾਲ ਹੀ ਉਹਨਾਂ ਨੇ ਵੀ ਕਹਿ ਦਿੱਤਾ ਕਿ ਤੱਥਾਂ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਦੇ ਵੱਲੋਂ ਉੱਥੇ ਜ਼ਰੂਰ ਜਵਾਬ ਦਿੱਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਆਇਆ ਕਿ ਅਸੀਂ ਇਸ ਨੂੰ ਸੁਪਰੀਮ ਕੋਰਟ 'ਚ ਚੈਲੰਜ ਕਰਾਂਗੇ। ਉਹਨਾਂ ਦਾ ਹੱਕ ਹੈ ਚੈਲੰਜ ਕਰਨਾ। ਕੋਈ ਵੀ ਹਿੰਦੁਸਤਾਨ ਦਾ ਨਾਗਰਿਕ ਕਿਸੇ ਵੀ ਕਾਨੂੰਨ ਦੀ ਵੈਲਿਡਿਟੀ ਨੂੰ, ਵੈਧਤਾ ਨੂੰ ਹਾਈ ਕੋਰਟ 'ਚ, ਸੁਪਰੀਮ ਕੋਰਟ 'ਚ ਚੈਲੰਜ ਕਰ ਸਕਦਾ ਹੈ ਔਰ ਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੱਕ ਹੈ ਉਹ ਕਰਨ ਚੈਲੰਜ। ਇਹਦੇ 'ਚ ਕੋਈ ਬੁਰੀ ਗੱਲ ਨਹੀਂ ਹੈਗੀ, ਬਲਕਿ ਚੰਗਾ ਹੋਏਗਾ ਅਗਰ ਉਹ ਸੜਕਾਂ ਰੋਕਣ ਦੀ ਬਜਾਏ, ਰੇਲਾਂ ਰੋਕਣ ਦੀ ਬਜਾਏ, ਲੋਕਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਅਗਰ ਕਚਹਿਰੀ 'ਚ ਜਾਣ, ਉਹਨਾਂ ਕੋਲ ਬਹੁਤ ਅੱਛੇ ਕਾਬਲ ਵਕੀਲ ਹੈਗੇ ਨੇ, ਉਹ ਕਚਹਿਰੀ 'ਚ ਇਸ ਦਾ ਫੈਸਲਾ ਹੋ ਜਾਏ कि ये गैर कानूनी है कि कानूनी है तो ज़्यादा अच्छा रहेगा। और अगर उन्होंने इन्ना यकीन हैगा कि अब इसी कचहरी 'ਚ ਜਿੱਤਾਂਗੇ, सुप्रीम कोर्ट 'ਚ ਅਸੀਂ ਜਾਵਾਂਗੇ तो फिर ये लोगों ਨੂੰ परेशान करने वाली अंदोलन ना करन। ਤੇ ਅਸੀਂ ਚਰਚਾ ਦੀ ਸ਼ੁਰੂਆਤ ਕਰੀਏ, ਪਰ ਉਸ ਤੋਂ ਪਹਿਲਾਂ ਕੁਝ ਸਵਾਲ ਨੇ ਜਿਨ੍ਹਾਂ ਦੇ ਉੱਤੇ ਅੱਜ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਬੀਜੇਪੀ ਦੇ ਆਗੂ ਆਪਣਾ ਸਟੈਂਡ ਸਪਸ਼ਟ ਕਰ ਰਹੇ ਨੇ, ਬੀਜੇਪੀ ਲਗਾਤਾਰ ਆਪਣਾ ਸਟੈਂਡ ਸਪਸ਼ਟ ਕਰ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਵਿਧਾਨ ਸਭਾ ਇਜਲਾਸ ਸੱਦਣ ਦਾ ਜ਼ਿਕਰ ਵੀ ਹੋ ਰਿਹਾ ਹੈ। ਕੁਝ ਸਵਾਲ ਜਿਨ੍ਹਾਂ ਦੇ ਉੱਤੇ ਕੇਂਦਰਿਤ ਸਾਡੀ ਅੱਜ ਦੀ ਇਹ ਚਰਚਾ ਰਹੇਗੀ। ਸਵਾਲ ਨੰਬਰ 1 ਇਹੀ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਕੇਂਦਰ ਦੇ ਨਾਲ ਗੱਲਬਾਤ ਕਰਨਗੀਆਂ, ਕੇਂਦਰ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨਗੀਆਂ, ਕਿਉਂਕਿ ਅਸ਼ਵਨੀ ਸ਼ਰਮਾ ਪੰਜਾਬ ਬੀਜੇਪੀ ਦੇ ਪ੍ਰਧਾਨ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਸ਼ੰਕੇ ਨੇ ਤਾਂ ਆ ਕੇ ਗੱਲਬਾਤ ਕਰੇ। ਗੱਲਬਾਤ ਕਰਵਾਉਣ ਦੇ ਲਈ ਅਸੀਂ ਵੀ ਗੱਲਬਾਤ ਕਰਨ ਨੂੰ ਤਿਆਰ ਹਾਂ ਤੇ ਦੂਜੇ ਪਾਸੇ ਜੇਕਰ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਨੇ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਵੀ ਗੱਲਬਾਤ ਕਰਵਾ ਦਾਂਗੇ, ਜਾਂ ਜਿਹੜੇ ਬੀਜੇਪੀ ਦੇ ਕੌਮੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਵਾਵਾਂਗੇ। ਇਹ ਵੀ ਜ਼ਰੂਰ ਕਿਹਾ ਜਾ ਰਿਹਾ ਹੈ ਜਿਹੜੇ ਬੀਜੇਪੀ ਦੇ ਆਗੂ ਨੇ ਉਹਨਾਂ ਦੇ ਵੱਲੋਂ। ਇੱਕ ਇੱਕ ਕਰਕੇ ਸਵਾਲਾਂ ਦੇ ਉੱਤੇ ਨਜ਼ਰ ਕਿ ਅੱਜ ਜਿਹੜੇ ਸਵਾਲ ਜਿਨ੍ਹਾਂ ਦੇ ਉੱਤੇ ਕੇਂਦਰਿਤ ਸਾਡੀ ਅੱਜ ਦੀ ਇਹ ਚਰਚਾ ਰਹੇਗੀ ਕਿ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨਗੀਆਂ ਕਿ ਵਿਧਾਨ ਸਭਾ ਇਜਲਾਸ ਸੱਦਣ ਦੇ ਨਾਲ ਮਸਲੇ ਦਾ ਹੱਲ ਹੋ ਸਕਦਾ ਹੈ। ਵਿਧਾਨ ਸਭਾ ਇਜਲਾਸ ਦਾ ਜ਼ਿਕਰ ਹੋ ਰਿਹਾ ਕਿ ਸੱਦ ਲਓ ਵਿਧਾਨ ਸਭਾ ਇਜਲਾਸ, ਜੇ ਵਿਸ਼ੇਸ਼ ਇਜਲਾਸ ਸੱਦ ਵੀ ਲਿਆ ਗਿਆ ਤਾਂ ਕਿ ਉਸ ਦੇ ਨਾਲ ਜੋ ਮਸਲਾ ਇਸ ਸਮੇਂ ਖੜਾ ਹੋਇਆ ਨਜ਼ਰ ਆਉਂਦਾ ਹੈ ਕਿ ਉਹ ਠੀਕ ਹੋ ਜਾਏਗਾ, ਉਹ ਹੱਲ ਹੋ ਜਾਏਗਾ। ਕਿ ਪੂਰੇ ਪੰਜਾਬ ਨੂੰ ਮੰਡੀ ਐਲਾਨ ਕੇ ਸਮੱਸਿਆ ਖਤਮ ਹੋ ਸਕਦੀ ਹੈ, ਇਹ ਵੀ ਇੱਕ ਬਹੁਤ ਅਹਿਮ ਪੁਆਇੰਟ ਹੈ ਜੋ ਲਗਾਤਾਰ ਜਿਸ ਦਾ ਜ਼ਿਕਰ ਹੋ ਰਿਹਾ ਹੈ। ਤੇ ਸਵਾਲ ਤਾਂ ਅੱਜ ਅਸੀਂ ਇਹ ਵੀ ਚੁੱਕਾਂਗੇ ਕਿ ਸ਼ਾਂਤਮਈ ਧਰਨਿਆਂ ਦੇ ਵਿਚਾਲੇ ਟਰੈਕਟਰ ਸਾੜਨ ਵਾਲੀ ਰਣਨੀਤੀ ਦੀ ਜ਼ਰੂਰਤ ਕਿਉਂ ਪੈ ਰਹੀ ਹੈ ਪੋਲੀਟੀਕਲ ਪਾਰਟੀਆਂ ਨੂੰ, ਕਿ ਇਹ ਅਟਰੈਕਸ਼ਨ ਕੈਚ ਕਰਨ ਦੇ ਲਈ ਕਿ ਸਾਡੇ ਵੱਲ ਸਾਰੇ ਧਿਆਨ ਦੇਣ, ਇਸ ਕਰਕੇ ਟਰੈਕਟਰ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਕਈ ਥਾਵਾਂ ਦੇ ਉੱਤੇ ਹੋਇਆ ਹੈ, ਦਿੱਲੀ ਦੇ ਵਿੱਚ ਵੀ ਹੋਇਆ, ਅਸੀਂ ਸ਼ੰਭੂ ਬਾਰਡਰ ਤੇ ਵੀ ਦੇਖਿਆ ਸੀ ਤੇ ਅਸੀਂ ਬਰਨਾਲਾ ਦੇ ਵਿੱਚ ਵੀ ਦੇਖਿਆ ਸੀ। ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਤੇ ਸਭ ਤੋਂ ਅਹਿਮ ਸਵਾਲ ਕਿ ਵੱਡੇ ਪ੍ਰਦਰਸ਼ਨਾਂ ਦੀ ਰਾਹ ਦੇ ਉੱਤੇ ਹੈ ਪੰਜਾਬ, ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਦੇ ਵੱਲੋਂ ਫੈਸਲੇ ਲਏ ਗਏ ਨੇ ਕਿ ਉਹ ਧਰਨੇ ਪ੍ਰਦਰਸ਼ਨ ਕਰਨਗੇ, ਤਾਂ ਅਸੀਂ ਇਹਨਾਂ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਅੱਜ ਤੇ ਕੋਸ਼ਿਸ਼ ਕਰਾਂਗੇ ਕਿ ਸਵਾਲਾਂ ਦੇ ਜਵਾਬ ਲੈ ਸਕੀਏ। ਤਾਂ ਸਾਡੇ ਨਾਲ ਮਹਿਮਾਨ ਜੁੜਨੇ ਸ਼ੁਰੂ ਹੋ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾ ਦਈਏ ਕਿ ਮਹਿਮਾਨ ਜਿਹੜੇ ਅੱਜ ਸਾਡੇ ਨਾਲ ਜੁੜ ਰਹੇ ਨੇ, ਸਾਡੇ ਨਾਲ ਥੋੜੀ ਦੇਰ ਦੇ ਵਿੱਚ ਗੁਰਕਿਰਤ ਸਿੰਘ ਕੋਟਲੀ ਜੀ ਜੁੜਨਗੇ, ਕਾਂਗਰਸ ਦੇ ਵਿਧਾਇਕ ਨੇ। ਕੋਟਲੀ ਸਾਹਿਬ ਦੇ ਨਾਲ ਗੱਲਬਾਤ ਹੋਏਗੀ ਕਿ ਪੰਜਾਬ ਸਰਕਾਰ ਇਸ ਸਮੇਂ ਕੀ ਪਲਾਨ ਬਣਾ ਰਹੀ ਹੈ, ਕੀ ਸੋਚ ਰਹੀ ਹੈ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਜਾਂ ਕਿਸਾਨਾਂ ਦੇ ਨਾਲ ਖੜਨ ਨੂੰ ਲੈ ਕੇ। ਸਾਡੇ ਨਾਲ ਇਸ ਸਮੇਂ ਜੁੜ ਰਹੇ ਨੇ ਹਰਮੀਤ ਸਿੰਘ ਕਾਦੀਆਂ ਜੀ, ਜੋ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੂੰ ਰਿਪਰੈਜ਼ੈਂਟ ਕਰਨਗੇ, ਪ੍ਰਧਾਨ ਨੇ, ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ। ਬਹੁਤ ਬਹੁਤ ਸਵਾਗਤ ਹੈ ਹਰਮੀਤ ਜੀ ਤੁਹਾਡਾ। ਤੇ ਇਸ ਦੇ ਨਾਲ ਹੀ ਸਾਡੇ ਨਾਲ ਕੁਲਦੀਪ ਸਿੰਘ ਜੀ ਵੀ ਜੁੜਨਗੇ ਜੋ ਕਿ ਸਕੱਤਰ ਨੇ ਬੀਜੇਪੀ ਕਿਸਾਨ ਮੋਰਚਾ ਦੇ, ਉਹ ਵੀ ਥੋੜੀ ਦੇਰ ਦੇ ਵਿੱਚ ਜੁੜਨਗੇ। ਮੈਂ ਹਰਮੀਤ ਜੀ ਦਾ ਰੁਖ ਕਰ ਲੈਣਾ, ਇਸ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਕਿਸਾਨ ਆਗੂ ਇਸ ਸਮੇਂ ਕੀ ਕੁਝ ਸੋਚ ਰਹੇ ਨੇ? ਹਰਮੀਤ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ, ਧਰਨੇ ਪ੍ਰਦਰਸ਼ਨ ਬਹੁਤ ਹੋ ਰਹੇ ਨੇ, ਤੁਹਾਨੂੰ ਸਮਰਥਨ ਵੀ ਬਹੁਤ ਮਿਲ ਰਿਹਾ ਹੈ ਸਿਆਸਤਦਾਨਾਂ ਤੋਂ ਲੈ ਕੇ ਗਾਇਕਾਂ ਤੱਕ ਦਾ, ਪਰ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਪੰਜਾਬ ਸਰਕਾਰ ਤੋਂ ਜਿਹੜੀ ਇਹ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਵਿਧਾਨ ਸਭਾ ਦਾ ਸੈਸ਼ਨ ਸੱਦੋ, ਕੀ ਕੁਝ ਚਾਹੁੰਦੇ ਹੋ ਕਿ ਸੈਸ਼ਨ ਸੱਦ ਕੇ ਸਰਕਾਰ ਕੀ ਕਰੇ? ਮਤੇ ਪਾ ਦੇਵੇ ਤਾਂ ਉਸ ਦੇ ਨਾਲ ਮਸਲਾ ਹੱਲ ਹੋ ਜਾਏਗਾ? ਅਸੀਂ ਚਾਹੁੰਦੇ ਆ ਵੀ ਜਿਹੜੀ ਡੈਮੋਕ੍ਰੈਟਿਕ ਆ, ਇਹ ਡਿਕਟੇਟਰਸ਼ਿਪ ਨਹੀਂ ਹੈ। ਇੱਥੇ ਡੈਮੋਕ੍ਰੈਟਿਕਲੀ ਫੈਸਲੇ ਲੈਣੇ ਚਾਹੀਦੇ ਸੀਗੇ, ਜਿਹੜੇ ਨਹੀਂ ਸਰਕਾਰ ਨੇ ਲਿੱਤੇ। ਅਸੀਂ ਥੱਲੇ ਜਿਹੜੀ ਸਭ ਤੋਂ ਗ੍ਰਾਮ ਸਭਾ ਵਾ ਉਹਦੇ ਮਤੇ ਪਵਾ ਕੇ ਦੇਣਾ ਚਾਹੁੰਦੇ ਆ ਵੀ ਸਾਰੇ ਪੰਜਾਬ ਦੀ ਗ੍ਰਾਮ ਸਭਾ ਇਕੱਠੀਆਂ ਕਰਕੇ ਮਤੇ ਪਾਏ ਜਾਣ, ਤੇ ਅਸੈਂਬਲੀ ਆ ਜਿਹੜੀ ਸਾਡੀ ਪੰਜਾਬ ਦੀ ਉਹ ਆਪਣਾ ਸੈਸ਼ਨ ਬੁਲਾ ਕੇ ਅਸੈਂਬਲੀ ਤੇ ਜਲਦੀ ਤੋਂ ਜਲਦੀ ਇਹਦਾ ਮਤਾ ਪਾ ਕੇ ਇਹਦੇ ਅਗੇਂਸਟ ਵੀ ਇਹ ਅਸੀਂ ਨਹੀਂ ਲਾਗੂ ਕਰਨਾ ਇੱਥੇ ਆਪਣੇ ਸਟੇਟ ਦੇ ਵਿੱਚ। ਤੇ ਜਿਹੜੇ ਸਟੇਟ ਦੇ ਵਕਤ ਅਧਿਕਾਰਾਕਾਰ ਕਿਸਾਨ ਜਿਹਨਾਂ ਨੂੰ ਲੜਦੀ ਰਹੀ ਆ, ਉਹ ਉਹਨਾਂ ਨੂੰ ਕਹਿ ਕੇ ਆਏ ਆ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਆਉਣ ਵਾਲੇ ਜਲਦੀ ਉਹ ਆਪਣੇ ਅਸੈਂਬਲੀ ਬੁਲਾਉਣਗੇ ਤੇ ਉਹ 'ਚ ਮਤਾ ਪਾ ਦੇਣਗੇ। ਕਾਦੀਆਂ ਸਾਹਿਬ, ਇਸ ਦਾ ਫਰਕ ਕੀ ਹੋਏਗਾ? ਲੋਕਾਂ ਨੂੰ ਇਹ ਸਮਝਾਓ ਜ਼ਰਾ, ਜੇ ਤੁਹਾਡੇ ਨੌਲੇਜ ਦੇ ਵਿੱਚ ਹੋਵੇ ਕਿ ਜੇਕਰ ਮਤਾ ਪਾ ਦਿੱਤਾ ਜਾਂਦਾ ਹੈ, ਕਿਉਂਕਿ ਅਸੀਂ
ਸਤਪਾਲ ਜੈਨ ਜੀ ਨੂੰ ਸੁਣਵਾਇਆ। ਬੀਜੇਪੀ ਦੇ ਆਗੂ ਨੇ, ਐਡੀਸ਼ਨਲ ਐਡਵੋਕੇਟ ਜਨਰਲ ਨੇ ਦੇਸ਼ ਦੇ, ਉਹ ਕਹਿ ਰਹੇ ਨੇ ਕਿ ਇਹ ਤਾਂ ਕਰ ਹੀ ਨਹੀਂ ਸਕਦੀਆਂ ਸੂਬਾ ਸਰਕਾਰਾਂ। ਜਿਹੜੀ ਮੰਗ ਤੁਸੀਂ ਕਰ ਰਹੇ ਹੋ, ਕਹਿ ਰਹੇ ਕਿ ਸੂਬਾ ਸਰਕਾਰਾਂ ਇਹ ਕਰ ਹੀ ਨਹੀਂ ਸਕਦੀਆਂ। ਤੁਸੀਂ ਕਹਿ ਰਹੇ ਹੋ ਕਿ ਮਤੇ ਪਾਏ ਜਾਣ, ਇਹਨਾਂ ਦਾ ਫਾਇਦਾ ਕੀ ਹੋਏਗਾ ਗ੍ਰਾਮ ਸਭਾ ਦੇ ਮਤੇ ਦਾ ਜਾਂ ਵਿਧਾਨ ਸਭਾ ਦੇ ਵਿੱਚ ਜੇਕਰ ਕੋਈ ਮਤਾ ਲਿਆਂਦਾ ਜਾਂਦਾ? ਅਸੀਂ ਗ੍ਰਾਮ ਸਭਾ ਦੇ ਮਤੇ ਪਾਉਣ ਦਾ ਫਾਇਦਾ ਹੈ ਵੀ ਡੈਮੋਕ੍ਰੈਟਿਕਲੀ ਤਰੀਕੇ ਨਾਲ ਥੱਲੋਂ ਪੰਚਾਇਤਾਂ ਦੱਸਣਗੀਆਂ ਵੀ ਜਿਹੜਾ ਸੈਂਟਰ ਸਰਕਾਰ ਨੇ ਕਾਨੂੰਨ ਬਣਾਇਆ ਉਹ ਕਾਲਾ ਕਾਨੂੰਨ ਆ, ਤੇ ਜਿਹੜੇ ਅਸੈਂਬਲੀ 'ਚੋਂ ਬਣਾਇਆ ਜਾਊਗਾ ਉਹ ਵੀ ਸਾਡੇ ਕੇਸ ਅੱਗੇ ਜਾ ਕੇ ਜੇ ਸੁਪਰੀਮ ਕੋਰਟ ਕੇਸ ਲੜਨਾ ਉਹਦੇ ਵਿੱਚ ਸਾਨੂੰ ਸਟਰੋਂਗਨੈਸ ਮਿਲੂਗੀ। ਤੇ ਜੇ ਆਪਣੀ ਪੰਜਾਬ ਸਟੇਟ ਪਾਊਗੀ, ਨਾਲ ਦੀਆਂ ਸਟੇਟਾਂ ਪਾਉਣੀਆਂ ਨਾਲ ਹੀ ਸ਼ੁਰੂ ਹੋ ਜਾਣਗੀਆਂ। ਜਿੰਨੀਆਂ ਵੀ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਸਟੇਟਸ ਨੂੰ ਫਾਇਦਾ ਹੋਇਆ ਉਹ ਸਾਰੀਆਂ ਸਟੇਟਾਂ ਪਾਉਣਗੀਆਂ। ਅੱਜ ਛੱਤੀਸਗੜ੍ਹ ਵਾਲੀ ਵੀ ਪਾ ਰਹੇ ਨੇ ਤੇ ਤੇਲੰਗਾਨਾ ਵੀ ਪਾਉਣਗੇ। ਜੇ ਸਾਰੀਆਂ ਸਟੇਟਾਂ ਪਾ ਕੇ ਦੇ ਸਕਦੀਆਂ ਨੇ ਫਿਰ ਸੈਂਟਰ ਸਰਕਾਰ ਨੂੰ ਮਜਬੂਰ ਕਰ ਦਾਂਗੇ ਸੋਚਣ ਬਾਰੇ ਵੀ ਜਿਹੜੇ ਤੁਸੀਂ ਕਾਨੂੰਨ ਬਣਾਏ ਆ ਇਹ ਕਿਸਾਨਾਂ ਵਾਸਤੇ, ਆਵਾਮ ਵਾਸਤੇ। ਹੁਣ ਤਾਂ ਇੰਨਾ ਸਹਿਯੋਗ ਮਿਲ ਰਿਹਾ ਸਾਰੇ ਆਵਾਮ ਵੱਲੋਂ ਵੀ ਇਹ ਹੈ ਹੀ ਕਾਲਾ ਕਾਨੂੰਨ ਆ ਜੀ। ਹਰਮੀਤ ਜੀ, ਇਹ ਵੀ ਸਮਝਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਕਈ ਦਿਨਾਂ ਤੋਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨ ਆਗੂ ਇਹਨਾਂ ਦੇ ਲਈ ਕਿੰਨਾ ਕੁ ਜਾਗਰੂਕ ਨੇ। ਬੀਜੇਪੀ ਕਹਿੰਦੀ ਹੈ ਕਿ ਕਿਸਾਨ ਹਿਤੈਸ਼ੀ ਹੈ। ਜੇਕਰ ਤੁਸੀਂ 2-3 ਪੁਆਇੰਟ ਫਟਾਫਟ ਸਮਝਾ ਸਕੋ ਸਾਡੇ ਦਰਸ਼ਕਾਂ ਨੂੰ ਕਿ ਇਹ ਪੁਆਇੰਟ ਜਿਹੜੇ ਇਸ ਬਿੱਲਾਂ ਦੇ ਵਿੱਚ, ਇਹਨਾਂ ਕਾਨੂੰਨਾਂ ਦੇ ਵਿੱਚ ਦਿੱਕਤ ਹੈ, ਨਹੀਂ ਹੋਣੇ ਚਾਹੀਦੇ ਸੀ, ਇਹ ਸਭ ਨਾਲੋਂ ਵੱਡੀ ਪ੍ਰੋਬਲਮ ਹੈਗੀ ਜਿਸ ਨੂੰ ਲੈ ਕੇ ਤੁਸੀਂ ਕਾਲਾ ਕਾਨੂੰਨ ਤੱਕ ਕਹਿ ਰਹੇ ਹੋ। ਇਹ ਕਾਲਾ ਕਾਨੂੰਨ ਇੱਕ ਤਾਂ ਜਿਹੜਾ 1955 ਦਾ ਐਕਟ ਆ ਜੀ, ਜਿਹੜਾ ਜਮਾਖੋਰੀ ਦਾ ਐਕਟ ਆ, ਇਹਨੂੰ ਰੱਦ ਕੀਤਾ ਗਿਆ ਵੀ ਕੋਈ ਵੀ ਬੰਦਾ ਕਿੰਨਾ ਮਰਜ਼ੀ ਭੰਡਾਰ ਜਮ੍ਹਾਂ ਕਰ ਸਕਦਾ। ਉਹ ਆਪਣੇ ਹਿਸਾਬ ਨਾਲ ਸਾਡੀ ਫਸਲ ਆਉਂਦੀ ਆ 6 ਮਹੀਨੇ 'ਚ ਇੱਕ ਵਾਰੀ, ਜਦੋਂ ਬਲਕ 'ਚ ਫਸਲ ਮੰਡੀ 'ਚ ਆ ਜਾ ਕਰੂਗੀ ਸਸਤੇ ਰੇਟ ਤੇ ਲੈ ਲਿਆ ਕਰਨਗੇ ਤੇ ਬਲਕ 'ਚ ਰੱਖ ਲਿਆ ਕਰਨਗੇ ਤੇ ਆਮ ਆਵਾਮ ਨੂੰ ਉਹ ਬਹੁਤ ਮਹਿੰਗਾ ਵੇਚਣਗੇ, ਜਿੱਥੇ ਕਿ ਇਹ ਡਾਇਰੈਕਸ਼ਨ ਇੱਥੇ ਨਹੀਂ ਚੱਲ ਸਕਦੀਆਂ ਕਿਉਂਕਿ ਆਪਣਾ ਦੇਸ਼ ਬਹੁਤ ਜ਼ਿਆਦਾ ਆਬਾਦੀ ਆ। ਜਿਹੜੀ ਆਬਾਦੀ ਵਾਲਾ ਦੇਸ਼ ਹੋਵੇ ਤੇ ਉੱਪਰੋਂ ਗਰੀਬ ਹੋਵੇ, ਉਹਦੇ ਵਿੱਚ ਮਹਿੰਗਾ ਅਨਾਜ ਖਿਲਾਉਣਾ ਕੋਈ ਚੰਗੀ ਗੱਲ ਨਹੀਂ ਮੰਨੀ ਜਾਂਦੀ। ਪਹਿਲਾਂ ਹੀ ਅਸੀਂ ਤਾਂ ਕਹਿੰਦੇ ਹੁੰਦੇ ਸੀ ਵੀ 4 ਰੁਪਏ ਦਾ ਜਾਂ ਨਾਗਪੁਰ ਤੋਂ ਚੱਲਦਾ ਪਿਆਜ਼ ਤੇ ਨਾਰਥ ਸਾਈਡ ਆਉਂਦਾ ਤਾਂ 40 ਰੁਪਏ ਦਾ ਹੋ ਜਾਂਦਾ, ਤਾਂ ਮਿਡਲਮੈਨ ਹੀ ਬਹੁਤ ਖਾ ਜਾਂਦੇ ਆ। ਤੇ ਇਹ ਤਾਂ ਇੱਕ ਉਦੋਂ ਵੀ ਵੱਡੇ ਜਿਹੜੇ ਕੋਆਪਰੇਟਿਵ ਘਰਾਣੇ ਨੇ ਉਹ ਕਿੰਨਾ ਸਟੋਰ ਕਰ ਲਿਆ ਕਰਨਗੇ ਤੇ ਆਪਣੀ ਮਰਜ਼ੀ ਨਾਲ ਵੇਚਣਗੇ ਤੇ ਉਹਨਾਂ ਦੇ ਉੱਤੇ ਕੋਈ ਲਾਅ ਵੀ ਨਹੀਂ ਲਾਗੂ ਹੋਊਗਾ। ਪਹਿਲਾਂ ਤਾਂ ਇਹ ਸੀ। ਜਿਹੜਾ ਦੂਜੇ ਐਕਟ ਦੇ ਵਿੱਚ ਉਹਦੀ ਪੇਮੈਂਟ ਦਾ ਮੋਡ ਆ, ਪੇਮੈਂਟ ਦਾ ਮੋਡ ਇਹਨਾਂ ਨੇ ਬੜਾ ਗਲਤ ਬਣਾਇਆ ਵੀ ਤੁਸੀਂ ਐਸਡੀਐਮ ਕੋਲ ਜਾਓਗੇ ਤਾਂ ਐਸਡੀਐਮ ਤਾਂ ਤੁਹਾਡੀ 20 ਮੈਂਬਰੀ ਕਮੇਟੀ ਬਣਾ ਦਊਗੀ। 20 ਮੈਂਬਰੀ ਕਮੇਟੀ ਬਣਾਉਣ ਤੋਂ ਬਾਅਦ ਤੇ ਜੇ ਉਹ ਤੁਸੀਂ ਨਹੀਂ ਮਨਜ਼ੂਰ ਹੈਗਾ ਫਿਰ ਤੁਸੀਂ ਐਸਡੀਐਮ ਕੋਲ ਲਾਓਗੇ। ਜੇ ਐਸਡੀਐਮ ਵਾਲਾ ਕੇਸ ਤੁਹਾਡਾ ਨਹੀਂ ਸਮਝ ਆਇਆ ਜਾਂ ਤੁਹਾਡੇ ਹੱਕ 'ਚ ਨਹੀਂ ਹੋਇਆ ਤੁਸੀਂ ਡੀਸੀ ਤੱਕ ਜਾਓਗੇ। ਇਸ ਤੋਂ ਬਾਅਦ ਤੁਸੀਂ ਜਾ ਹੀ ਨਹੀਂ ਸਕਦੇ। ਜਿਹੜੀ ਕੋਰਟਸ ਨੇ ਉੱਥੇ ਕਿਸਾਨ ਨੂੰ ਜਾਣਾ ਹੀ ਮਨਾ ਕਰਤਾ ਵੀ ਡੀਸੀ ਹੀ ਐਂਡ ਹੁਕਮ ਹੋਊਗਾ। ਤੇ ਅੱਜ ਹੀ ਅਸੀਂ ਇਹ ਸੋਚ ਕੇ ਜਥੇਬੰਦੀਆਂ ਸੋਚ ਰਹੀਆਂ ਵੀ ਇੱਕ ਮਾਮੂਲੀ 2 ਕਿੱਲੇ ਵਾਲਾ ਕਿਸਾਨ ਕੀ ਆਪਣੀ ਪੇਮੈਂਟ ਲੈਣ ਨੂੰ ਇੱਥੇ ਡੀਸੀ ਦੇ, ਐਸਡੀਐਮ ਦੇ ਜਾਂ ਉਹਨਾਂ ਦੀ ਕਮੇਟੀਆਂ ਦੇ ਸਾਹਮਣੇ ਜਾਂਦਾ ਫਿਰੂਗਾ। ਇਹ ਇੱਕ ਖਦਸ਼ਾ ਬਹੁਤ ਵੱਡਾ ਕਿਉਂਕਿ ਪਹਿਲਾਂ ਸਾਡੇ ਇੱਥੇ ਫਸਲ ਜੇ ਫਾਰਮ ਤੇ ਵੇਚੀ ਜਾਂਦੀ ਆ। ਉਹ ਸਰਕਾਰ ਦੇ ਜਾਮਾ ਮਹਿਮਾਨ ਸਾਡੇ ਨਾਲ ਹੋਰ ਵੀ ਜੁੜ ਰਹੇ ਹਨ ਜੀ। ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ। ਦੇਖੋ ਆਪਾਂ ਬੜੀ ਦੇਰ ਤੋਂ ਸੁਣਦੇ ਆ ਰਹੇ ਨਾ ਇਹ ਚੀਜ਼ਾਂ, ਮਤਲਬ ਬੜੀ ਦੇਰ ਤੋਂ ਆੜਤੀਆਂ ਨੂੰ ਲੈ ਕੇ ਬੜੇ ਸਵਾਲ ਉੱਠਦੇ ਰਹੇ ਨੇ। ਅੱਜ ਆੜਤੀਆਂ ਨੂੰ ਲੈ ਕੇ ਕਿਸਾਨ ਬੇਸ਼ੱਕ ਇਹ ਕਹਿ ਰਹੇ ਹੁਣ ਕਿ ਆੜਤੀ ਸਿਸਟਮ ਖਤਮ ਹੋ ਜਾਏਗਾ ਜਾਂ ਮੰਡੀ ਖਤਮ ਹੋ ਜਾਏਗੀ। ਦੇਖੋ ਬੜੀ ਦੇਰ ਤੋਂ ਆਪਾਂ ਸੁਣਦੇ ਆ ਰਹੇ ਕਿ ਵਿਚੋਲਿਆਂ ਦੀ ਵਜ੍ਹਾ ਦੇ ਨਾਲ ਕਿਸਾਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਦੀ ਫਸਲ ਦਾ ਭਾਅ ਨਹੀਂ ਮਿਲ ਪਾਉਂਦਾ। ਮੈਂ ਮੌਜੂਦਾ ਸਮੇਂ ਸਮਝਣਾ ਚਾਹੁੰਦਾ ਤੁਹਾਡੇ ਤੋਂ ਕਿ ਵਾਕਈ ਹੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਆਜ਼ਾਦੀ ਹੋਵੇ ਜਿੱਥੇ ਮਰਜ਼ੀ ਵੇਚਣ ਦੀ ਤੁਹਾਡੀ ਫਸਲ, ਜੋ ਕੇਂਦਰ ਦੀ ਸਰਕਾਰ ਦਾਅਵਾ ਕਰ ਰਹੀ ਹੈ, ਬੀਜੇਪੀ ਦਾਅਵਾ ਕਰਦੀ ਹੈ ਕਿ ਅੱਜ ਕਿਸਾਨ ਜਿੱਥੇ ਮਰਜ਼ੀ ਜਾ ਕੇ ਵੇਚੇ। ਪਹਿਲੀ ਨਜ਼ਰ ਨੂੰ ਸੁਣਨ ਨੂੰ ਤਾਂ ਬੜਾ ਵਧੀਆ ਲੱਗਦਾ ਕਿ ਠੀਕ ਹੈ 4 ਬੰਦੇ ਖੜੇ ਹੋਏ ਨੇ, ਉਹਨਾਂ ਦੇ ਵਿੱਚੋਂ ਇੱਕ ਕਹੇਗਾ ਮੈਂ ਫਸਲ ਦਾ 2000 ਰੁਪਏ ਰੇਟ ਦੇ ਰਿਹਾ, ਇੱਕ ਕਹੇਗਾ ਮੈਂ 2020 ਦੇ ਰਿਹਾ, ਇੱਕ ਕਹੇਗਾ ਮੈਂ 2050 ਦੇ ਰਿਹਾ, ਇੱਕ ਕਹੇਗਾ ਮੈਂ 2070 ਦੇ ਰਿਹਾ। ਕਿਸਾਨ ਕਹੇਗਾ ਠੀਕ ਹੈ ਜੀ ਮੈਨੂੰ 2070 ਮਿਲਦੇ ਮੈਂ ਇਹਨਾਂ ਨੂੰ ਦੇ ਰਿਹਾ। ਮਤਲਬ ਇਹ ਸਿਸਟਮ ਦਾ ਕਿਸੇ ਨੂੰ ਤੁਸੀਂ ਸੋਚ ਕੇ ਦੇਖੋ ਤਾਂ ਲੱਗਦਾ ਕਿ ਹਾਂ ਇਹ ਵਧੀਆ ਯਾਰ ਕਿ ਜਿਹੜਾ ਪੈਸੇ ਵੱਧ ਦਊਗਾ ਉਹਨੂੰ ਦੇ ਦਿਓ, ਕੋਈ ਦਿੱਕਤ ਨਹੀਂ। ਮੈਂ ਸਮਝਣਾ ਚਾਹੁੰਦਾ ਕਿ ਜਿਵੇਂ ਤੁਸੀਂ ਪਿਆਜ਼ ਦਾ ਵੀ ਜ਼ਿਕਰ ਕਰ ਦਿੱਤਾ ਕਿ ਪਿਆਜ਼ 4 ਰੁਪਏ ਤੁਰਦਾ ਹੈ, 40 ਰੁਪਏ ਵਿਕਦਾ ਹੈ, ਕਿ ਮਿਡਲਮੈਨ ਬਹੁਤ ਖਾ ਜਾਂਦਾ ਹੈ। ਕੇਂਦਰ ਦੀ ਸਰਕਾਰ ਕਹਿੰਦੀ ਕਿ ਅਸੀਂ ਆਹ ਮਿਡਲਮੈਨ ਹੀ ਖਤਮ ਕਰ ਰਹੇ ਹਾਂ ਕਿ ਕਿਸਾਨ ਆਪਣਾ ਪਿਆਜ਼ ਜਿਵੇਂ ਮਰਜ਼ੀ ਵੇਚੇ। ਜੇ ਉਸ ਨੂੰ ਲੱਗਦਾ ਕਿ ਨਾਗਪੁਰ ਦੇ ਕਿਸਾਨ ਨੂੰ ਲੱਗਦਾ ਕਿ ਮੇਰਾ ਪਿਆਜ਼ ਨਾਰਥ ਦੇ ਵਿੱਚ ਜਾ ਕੇ, ਪੰਜਾਬ ਦੇ ਵਿੱਚ ਜਾ ਕੇ 25 ਰੁਪਏ ਕਿਲੋ ਮੇਰੇ ਤੋਂ ਖਰੀਦਣ ਵਾਲੇ ਬੈਠੇ ਨੇ ਜਾਂ 20 ਰੁਪਏ ਕਿਲੋ ਖਰੀਦਣ ਵਾਲੇ ਬੈਠੇ ਨੇ, ਮੈਂ ਡਾਇਰੈਕਟ ਉਹਨਾਂ ਨੂੰ ਵੇਚਾਂ, ਕਿ ਮਿਡਲਮੈਨ ਖਤਮ ਕਰ ਦਿੱਤੇ ਜਾਣ, ਕਿਸਾਨਾਂ ਨੂੰ ਫਾਇਦਾ ਹੋਵੇ। ਲੋਕਾਂ ਦੇ ਦਿਲਾਂ ਦੇ ਵਿੱਚ ਖਦਸ਼ੇ ਨੇ ਕਿ ਇਹ ਤਾਂ ਵਧੀਆ ਗੱਲ ਹੈ ਕਿ ਕਿਉਂ ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ। ਖਦਸ਼ੇ ਆ ਜੀ, ਕਿਸਾਨ ਕਿਉਂ ਵਿਰੋਧ ਕਰਦਾ? ਦੇਖੋ ਬੀਜੇਪੀ ਸਰਕਾਰ ਸਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਵੀ ਕਰੀਏ ਕਿਸਾਨ ਨਾਲ ਗੱਲ। ਅਸੀਂ ਕਿਵੇਂ ਕਰ ਲਈਏ? ਯੂਪੀ ਦੇ ਵਿੱਚ ਵੀ ਬੀਜੇਪੀ ਸਰਕਾਰ ਆ ਤੇ ਹਰਿਆਣੇ 'ਚ ਬੀਜੇਪੀ ਸਰਕਾਰ ਆ ਤੇ ਅੱਜ ਯਮੁਨਾ ਦੇ ਕੰਢੇ ਦੇ ਉੱਤੇ ਝੋਨੇ ਦੀ ਟਰਾਲੀਆਂ ਖੜੀਆਂ ਜਿਹੜੀਆਂ ਹਰਿਆਣੇ ਐਂਟਰ ਨਹੀਂ ਕੀਤਾ ਜਾ ਰਿਹਾ ਵੀ ਯੂਪੀ ਵਾਲਾ ਝੋਨਾ ਇੱਥੇ ਨਹੀਂ ਲਿੱਤਾ ਜਾਊਗਾ। ਅੱਜ ਦੀ ਡੇਟ ਆ, ਅੱਜ ਦੀ ਤੁਸੀਂ ਕਵਰ ਕਰ ਲਓ, ਕਵਰ ਭਲਾ ਟਰਾਲੀਆਂ 100 ਦੇ ਸੈਂਕੜੇ ਦੇ ਹਿਸਾਬ ਨਾਲ ਉੱਤੇ ਖੜੀਆਂ ਨੇ ਝੋਨੇ ਦੀ ਭਰੀਆਂ ਹੋਈਆਂ ਜਿਹੜੀਆਂ ਹਰਿਆਣੇ ਦੇ ਵਿੱਚ ਨਹੀਂ ਆਉਣ ਦਿੱਤੀਆਂ।
ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਜੀ। ਇੱਕ ਛੋਟਾ ਜ਼ਿਮੀਂਦਾਰ ਜਿਹੜਾ ਅੱਧੀ ਟਰਾਲੀ ਭਰਦਾ ਉਹ ਕਿੱਥੇ ਤੱਕ ਲੈ ਜਾਊਗਾ ਆਪਣਾ ਮਾਲ, ਕਿੰਨੀ ਦੂਰ ਤੱਕ ਵੇਚ ਦੂਗਾ, ਜਾਂ ਕਿਵੇਂ ਗਾਹਕ ਆ ਜਾਊਗਾ। ਤੇ ਜਿਹੜੀ ਫਸਲ ਆ ਉਹ 6 ਮਹੀਨੇ ਬਾਅਦ ਆਉਂਦੀ ਆ। ਜੇ 6 ਮਹੀਨੇ ਬਾਅਦ ਸਾਡਾ ਜਿਹੜਾ ਆਧਾਰ ਚੱਲਦਾ, ਸਾਡਾ ATM ਆ, ਉਹ ਇੱਕ ਮਿਡਲਮੈਨ ਜਿਹੜਾ ਆੜ੍ਹਤੀਆ ਕਹਿੰਦੇ ਹੋ, ਜਿਹੜਾ ਜਿਹਦੇ ਨਾਲ ਸਾਡਾ ਸੋਸ਼ਲ ਸਿਸਟਮ ਵੀ ਚੱਲਦਾ, ਆਰਥਿਕ ਸਿਸਟਮ ਵੀ ਚੱਲਦਾ, ਸਮਾਜਿਕ ਵੀ ਅਸੀਂ ਉਹਨਾਂ ਨਾਲ ਜੁੜੇ ਹੋਏ ਆ। ਕੱਲ ਨੂੰ ਉਹ ਜੇ ਪੇਮੈਂਟ ਨਹੀਂ ਦਿੰਦਾ, ਅਸੀਂ ਸਮਾਜਿਕ ਤੌਰ ਤੇ ਉਹਦੇ ਕੋਲ ਚਲੇ ਜਾਂਦੇ ਆ, 4 ਬੰਦੇ ਲੈ ਕੇ ਉਹ ਤੋਂ ਪੈਸੇ ਆਪਣੇ ਵਸੂਲ ਕਰ ਸਕਦੇ ਆ। ਜੇ ਅਸੀਂ ਉਹਦੇ ਪੈਸੇ ਨਹੀਂ ਮੋੜਦੇ, ਉਹ 4 ਬੰਦੇ ਲੈ ਕੇ ਸਾਡੇ ਨਾਲ ਰਾਜੀਨਾਮਾ ਕਰ ਲੈਂਦਾ। ਸਾਡੀਆਂ ਪੰਚਾਇਤਾਂ ਸਾਂਝੀਆਂ ਨੇ, ਵੱਡੀਆਂ ਕੰਪਨੀਆਂ ਤਾਂ ਅਸੀਂ ਕਿਵੇਂ ਗੱਲ ਕਰਾਂਗੇ? ਉੱਥੇ ਬਾਬੂਆਂ ਨੇ ਸਾਨੂੰ ਦਰਵਾਜ਼ੇ 'ਚ ਨਹੀਂ ਵੜ ਦੇਣਾ ਛੋਟੇ ਕਿਸਾਨ ਨੂੰ। ਤਾਂ ਪਹਿਲਾ ਖਦਸ਼ਾ ਤਾਂ ਇਹ ਆ ਵੀ ਫਸਲ ਸਾਡੀ ਸਹੀ ਪਾਣੀ ਲੈਣੀ। ਦੂਜਾ ਖਦਸ਼ਾ ਨਾਲ ਇਹ ਵੀ ਆ ਵੀ ਜਿਹਦੀ ਪੇਮੈਂਟ ਮੋਡ ਆਫ ਪੇਮੈਂਟ ਆ ਉਹ ਕਿਵੇਂ ਕਿਸ ਹਿਸਾਬ ਨਾਲ ਦਿੱਤੀ ਜਾਊਗੀ। ਕਿਸਾਨ ਦਾ ਸ਼ੋਸ਼ਣ ਹੋਊਗਾ ਇਹਦੇ ਵਿੱਚ। ਮਿਡਲਮੈਨ ਹੈਗਾ ਤਾਂ ਉਹਦਾ ਇੱਕ ਸਮਾਜਿਕ ਜਾਂ ਉੱਥੇ ਏਰੀਆ ਦੇ ਬੰਦੇ ਉਹਨੂੰ ਜਾਣਦੇ ਤਾਂ ਹੈ, 4 ਬੰਦੇ ਲੈ ਕੇ ਪੰਚਾਇਤ ਲੈ ਜਾਊਗਾ। ਜਿਹੜਾ ਹੁਣ ਕੰਪਨੀਆਂ ਖਰੀਦ ਕੇ ਲੈ ਗਈਆਂ, ਉਹ ਅੱਜ ਤੱਕ ਤੁਹਾਨੂੰ ਦੱਸ ਦਈਏ ਵੀ ਬਾਸਮਤੀ ਜਿਹੜੀ ਵਿਕੀ ਆ ਬਾਹਰਲੀ ਕੰਪਨੀਆਂ ਲੈ ਗਈਆਂ, ਕਈ ਆੜ੍ਹਤੀਏ ਉੱਜੜ ਗਏ, ਕਈ ਕਿਸਾਨਾਂ ਨੇ ਦਿੱਤੀ ਪੇਮੈਂਟ ਉਹ ਉੱਜੜ ਗਏ। ਜਿੰਨੀ ਕੰਟਰੈਕਟ ਫਾਰਮਿੰਗ ਤੇ ਹੋਈ ਸੀ ਮੱਕੀ ਦੀ, ਟਮਾਟਰ ਦੀ, ਪਿਆਜ਼ ਦੀ, ਲਸਣ ਦੀ, ਸਾਰੇ ਪੇਮੈਂਟ ਦੇ ਵਿੱਚੋਂ ਭੱਜ ਗਏ ਨੇ, ਜਾਂ ਸਾਡਾ ਮਾਲ ਨੂੰ ਖਰਾਬ ਕਹਿ ਕੇ ਛੱਡ ਗਏ ਨੇ। ਕੰਟਰੈਕਟ ਕਿਸੇ ਨੇ ਸਿਰੇ ਨਹੀਂ ਚਾੜਿਆ। ਇਹ ਫਾਰਮੂਲਾ ਪਿਛਲੀ ਸਰਕਾਰ ਵੇਲੇ ਕਾਂਗਰਸ ਨੂੰ ਆਈ ਸੀ, ਉਹਦੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰੂੰਗਾ। ਕਾਦੀਆਂ ਸਾਹਿਬ ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰਿਓ। ਮੈਂ ਤਾਂ ਹੀ ਕੋਸ਼ਿਸ਼ ਕਰ ਰਿਹਾ ਸੀ ਕਿ ਕਿਸਾਨਾਂ ਦੇ ਖਦਸ਼ੇ ਜਿਹੜੇ ਹੈਗੇ ਨੇ ਸਭ ਤੋਂ ਪਹਿਲਾਂ ਉਹ ਲਵਾਂ, ਤੇ ਉਸ ਦੇ ਵਿੱਚੋਂ ਜਿਹੜੇ ਸਵਾਲ ਹੋਣਗੇ ਮੈਂ ਜਿਹੜੇ ਸਿਆਸੀ ਆਗੂ ਸਾਡੇ ਨਾਲ ਨੇ ਉਹਨਾਂ ਤੋਂ ਪੁੱਛਾਂ। ਸਾਡੇ ਨਾਲ ਕੁਲਦੀਪ ਸਿੰਘ ਜੀ ਜੁੜ ਚੁੱਕੇ ਨੇ, ਸਕੱਤਰ ਨੇ ਬੀਜੇਪੀ ਕਿਸਾਨ ਮੋਰਚਾ ਦੇ। ਕੁਲਦੀਪ ਜੀ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਗੁਰਕੀਰਤ ਕੋਟਲੀ ਜੀ ਵੀ ਜੁੜ ਚੁੱਕੇ ਨੇ, ਸੀਨੀਅਰ ਆਗੂ ਨੇ, ਕਾਂਗਰਸ ਦੇ ਵਿਧਾਇਕ ਨੇ। ਕੋਟਲੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਕੋਟਲੀ ਸਾਹਿਬ ਮੈਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਦਾ ਹਾਂ। ਕਿਸਾਨ ਕਹਿ ਰਹੇ ਨੇ ਸੈਸ਼ਨ ਸੱਦ ਲਓ, ਸੈਸ਼ਨ ਸੱਦ ਕੇ ਮਤੇ ਪਾ ਦਿਓ, ਕੀ ਤਿਆਰੀ ਹੈ ਤੁਹਾਡੀ ਸੈਸ਼ਨ ਸੱਦਣ ਨੂੰ ਲੈ ਕੇ? ਤੇ ਦੂਜਾ ਪੁਆਇੰਟ ਜੋ ਤੁਹਾਡੇ ਤੋਂ ਮੈਂ ਸਮਝਣਾ ਚਾਹੁੰਦਾ, ਬੀਜੇਪੀ ਦੇ ਆਗੂ ਕਹਿ ਰਹੇ ਨੇ, ਸਤਪਾਲ ਜੈਨ, ਤੁਸੀਂ ਬਖੂਬੀ ਸਮਝਦੇ ਹੋਵੋਗੇ, ਜਾਣਦੇ ਹੋਵੋਗੇ ਉਹਨਾਂ ਦਾ ਨਾਮ, ਸਤਪਾਲ ਜੈਨ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਜਾਂ ਕੋਈ ਵੀ ਸੂਬਾ ਸਰਕਾਰ ਕੇਂਦਰ ਦੇ ਵੱਲੋਂ ਲਿਆਂਦੇ ਗਏ ਕਾਨੂੰਨ ਦੇ ਖਿਲਾਫ ਕੋਈ ਕਿੰਤੂ ਪਰੰਤੂ ਕਰ ਹੀ ਨਹੀਂ ਸਕਦੀ। ਤੁਹਾਡੀ ਕੀ ਤਿਆਰੀ ਹੈ? ਵਿਧਾਨ ਸਭਾ ਦੇ ਅੰਦਰ ਕੀ ਕੁਝ ਹੋ ਸਕਦਾ ਹੈ ਜੋ ਕਿਸਾਨ ਮੰਗ ਕਰ ਰਹੇ ਨੇ? ਕੋਟਲੀ ਜੀ। ਦੇਖੋ, ਜਿੱਥੋਂ ਤੱਕ ਤਾਂ ਭਾਰਤੀ ਜਨਤਾ ਪਾਰਟੀ ਦਾ ਸਵਾਲ ਆ, ਇਹ ਤਾਂ ਮੈਨੂੰ ਲੱਗ ਰਿਹਾ ਕਿ ਇਹ ਲੋਕ ਰਾਜ ਨੂੰ ਮੰਨਦੇ ਹੀ ਨਹੀਂ ਹੈਗੇ। ਪਹਿਲਾਂ ਤਾਂ ਦੇਖੋ ਵਿਧਾਨ ਸਭਾ ਵਿੱਚ ਪ੍ਰਸਤਾਵ ਲਿਆਂਦਾ ਗਿਆ, ਉਹ ਅਸੀਂ ਸਰਬਸੰਮਤੀ ਨਾਲ ਪਾਸ ਕਰਕੇ ਉਹ ਕੇਂਦਰ ਨੂੰ ਭੇਜਿਆ। ਔਰ ਅੱਜ ਦੇਖੋ ਤੁਸੀਂ ਗ੍ਰਾਮ ਸਭਾਵਾਂ ਜਿਹੜੀਆਂ ਨੇ ਸਾਡੀਆਂ ਪਿੰਡਾਂ ਦੀਆਂ ਜਿਹੜੀਆਂ ਆਮ ਸਭਾ ਹੈਗੀ ਆ, ਉਹ ਇਸ ਕਾਨੂੰਨ ਨੂੰ ਰਿਜੈਕਟ ਕਰ ਰਹੀਆਂ ਨੇ। ਜਦੋਂ ਤੱਕ ਦੇਖੋ ਲੋਕ ਰਾਜ ਦੇ ਵਿੱਚ ਸਭ ਤੋਂ ਵੱਧ ਜੇ ਅਗਰ ਕਿਸੇ ਦੀ ਰਿਟ ਮੰਨੀ ਜਾਂਦੀ ਆ ਤਾਂ ਉਹ ਲੋਕਾਂ ਦੀ ਹੁੰਦੀ ਹੈ। ਔਰ ਸਾਰੀਆਂ ਪੰਚਾਇਤਾਂ ਨੇ ਯੂਨੈਨਿਮਸਲੀ ਇਸ ਦੇ ਖਿਲਾਫ ਜਿਹੜਾ ਵਾ ਉਹ ਮਤੇ ਪਾਏ ਨੇ, ਔਰ ਵਿਧਾਨ ਸਭਾ ਵਿੱਚ ਵੀ ਮਤਾ ਪੈ ਚੁੱਕਿਆ। ਔਰ ਅਗਰ ਹੁਣ ਕਾਨੂੰਨੀ ਕੋਈ ਅੜਚਣ ਹੋਏਗੀ ਤਾਂ ਉਹਦੇ ਲਈ ਜੇ ਸਾਨੂੰ ਵਿਧਾਨ ਸਭਾ ਵੀ ਸੱਦਣੀ ਪਈ ਤਾਂ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਅਸੀਂ ਇਸ ਤੇ ਕਾਨੂੰਨੀ ਵਿਚਾਰ ਕਰ ਰਹੇ ਹਾਂ, ਔਰ ਵਿਧਾਨ ਸਭਾ ਵਿੱਚ ਵੀ ਅਸੀਂ ਲੈ ਕੇ ਆਵਾਂਗੇ। ਔਰ ਸਾਨੂੰ ਚਾਹੇ ਉਹ ਕਿਸੇ ਵੀ ਕਾਨੂੰਨ ਦੀ ਕਚਹਿਰੀ 'ਚ ਲੜਾਈ ਲੜਨੀ ਪਵੇ, ਚਾਹੇ ਲੋਕਾਂ ਦੀ ਕਚਹਿਰੀ 'ਚ ਲੜਾਈ ਲੜਨੀ ਪਵੇ, ਅਸੀਂ ਠੋਕ ਵਜਾ ਕੇ ਲੜਾਂਗੇ। ਕਾਂਗਰਸ ਪਾਰਟੀ ਅੱਜ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਡਟ ਕੇ ਖੜੀ ਹੋਈ ਹੈ, ਔਰ ਅਸੀਂ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਅਸੀਂ ਡਟ ਕੇ ਇਸ ਦਾ ਵਿਰੋਧ ਕਰਦੇ ਰਹਾਂਗੇ। ਬੀਜੇਪੀ ਵਾਲੇ ਕੀ ਕਹਿ ਰਹੇ ਨੇ, ਉਹਨਾਂ ਕੋਲ ਆਪਣੇ ਤਰਕ ਨੇ, ਔਰ ਉਹ ਇਹ ਗੱਲ ਨੂੰ ਅੱਜ ਤੱਕ ਹਜੇ ਤੱਕ ਉਹ ਸਾਬਤ ਨਹੀਂ ਕਰ ਸਕੇ, ਔਰ ਕਿਸਾਨਾਂ ਨੂੰ ਉਹ ਗੱਲ ਸਮਝਾਉਣ 'ਚ ਅਸਫਲ ਰਹੇ ਨੇ ਕਿ ਇਹਦੇ ਕਾਨੂੰਨ ਦੇ ਵਿੱਚ ਕੀ ਕਿਸਾਨਾਂ ਦੇ ਪੱਖ ਦੇ ਵਿੱਚ ਆ। ਦੇਖੋ ਇਹ ਜਿਹੜਾ ਐਕਟ ਵਗੈਰਾ ਹੋਣ 'ਚ ਆਇਆ, ਇਹਦੇ 'ਚ ਕਿਤੇ ਵੀ MSP ਦਾ ਜ਼ਿਕਰ ਨਹੀਂ ਹੈਗਾ, ਔਰ ਇੱਕ ਨੇਸ਼ਨ ਔਰ ਇੱਕ ਮੰਡੀ ਦਾ ਜਿਹੜਾ ਜ਼ਿਕਰ ਆ ਉਹ ਸਾਡੇ ਕਿਸਾਨਾਂ ਨੂੰ ਹਜਮ ਨਹੀਂ ਹੁੰਦਾ। ਇਹ ਬਿਲਕੁਲ ਕਿਸਾਨ ਮਾਰੂ ਆ, ਇਹਦੇ ਨਾਲ ਕਿਸਾਨ ਵੀ ਤਬਾਹ ਹੋ ਜਾਏਗਾ ਔਰ ਮੰਡੀਕਰਨ ਸਿਸਟਮ ਵੀ ਖਰਾਬ ਹੋ ਜਾਏਗਾ। ਇਹਦੇ ਨਾਲ ਸੂਬੇ ਦਾ ਵੀ ਬਹੁਤ ਵੱਡਾ ਨੁਕਸਾਨ। ਠੀਕ ਹੈ ਕੋਟਲੀ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਤੁਸੀਂ ਆਪਣਾ ਪੁਆਇੰਟ ਰੱਖਿਆ, ਮੈਂ ਵਿਧਾਨ ਸਭਾ ਵਾਲੇ ਆਪਣੀ ਕਿਉਂ ਬੋਲੀ ਬੋਲ ਰਹੇ ਨੇ ਜੀ, ਮੈਂ ਵਿਧਾਨ ਸਭਾ ਵਾਲੇ ਸਵਾਲ ਦੇ ਉੱਤੇ ਸੀਗਾ, ਮੈਂ ਉਸ ਤੋਂ ਬਾਅਦ ਆਉਂਗਾ ਸਰ ਤੁਹਾਡੇ ਕੋਲ ਇੱਕ ਸਵਾਲ ਲੈ ਕੇ। ਮੈਂ ਮੰਡੀ ਵਾਲਾ ਸਿਸਟਮ ਪੂਰਾ ਸਮਝਣਾ ਚਾਹੁੰਦਾ, ਮੈਂ ਨਾਲ ਹੀ MSP ਨੂੰ ਲੈ ਕੇ ਵੀ ਸਮਝਣਾ ਚਾਹੁੰਦਾ ਕਿ ਜੇ ਬਿੱਲ ਦੇ ਵਿੱਚ ਨਹੀਂ ਹੈ, ਕਾਨੂੰਨ ਦੇ ਵਿੱਚ ਨਹੀਂ ਹੈ ਤਾਂ ਉਸ ਦਾ ਕੀ ਇੰਪੈਕਟ ਹੋਊਗਾ, ਤੇ ਲਾਜ਼ਮੀ ਤੌਰ ਤੇ ਸਾਡੇ ਦਰਸ਼ਕ ਵੀ ਸਮਝਣਾ ਚਾਹੁੰਦੇ ਹੋਣਗੇ। ਕੁਲਦੀਪ ਜੀ ਅਗਲੇ 2 ਮਿੰਟ ਦੇ ਵਿੱਚ ਤੁਸੀਂ ਕਿਸਾਨ ਮੋਰਚੇ ਦੇ ਨਾਲ ਸੰਬੰਧਤ ਤੋਂ ਬਹੁਤ ਵਧੀਆ ਲੱਗਿਆ ਕਿ ਅੱਜ ਤੁਸੀਂ ਆਏ ਹੋ ਤੇ ਬੀਜੇਪੀ ਆਪਣਾ ਪੱਖ ਸਟੈਂਡ ਕਰੇ, ਕਲੀਅਰ ਕਰੇ। ਅਗਲੇ 2 ਮਿੰਟ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰ ਦਿਓ ਕਿ ਇਹ ਬਿੱਲ ਕਿਵੇਂ ਕਿਸਾਨਾਂ ਦੇ ਹੱਕ ਦੇ ਵਿੱਚ ਹੈ। ਦੇਖੋ ਕਿਸਾਨ ਡਟ ਕੇ ਵਿਰੋਧ ਕਰ ਰਹੇ ਨੇ ਬੀਜੇਪੀ ਦਾ, ਉਹ ਕਹਿੰਦੇ ਨੇ ਅਸੀਂ ਬੀਜੇਪੀ ਦਾ 1 ਤਰੀਕ ਤੋਂ ਘਿਰਾਓ ਕਰਾਂਗੇ, ਬੀਜੇਪੀ ਦੇ ਆਗੂਆਂ ਦਾ। ਤੁਸੀਂ ਵੀ ਬੀਜੇਪੀ ਦੇ ਲੀਡਰ ਹੋ, ਸਮਝਾ ਦਿਓ ਸਭ ਤੋਂ ਪਹਿਲਾਂ ਕਿ ਇਹ ਹੱਕ ਦੇ ਵਿੱਚ ਕਿਵੇਂ ਹੈ, ਕਿਵੇਂ ਕਿਸਾਨ ਵਿਰੋਧੀ ਨਹੀਂ ਹੈ।
ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਜਿਹੜਾ ਬਿੱਲ ਇਹ ਨਵਾਂ ਆਇਆ ਹੈਗਾ, ਇਹ ਕੋਈ ਪੁਰਾਣੀ ਵਿਵਸਥਾ ਜਿਹੜੀ ਹੈਗੀ ਹੈ, ਪੁਰਾਣੀ ਵਿਵਸਥਾ ਉਸੇ ਤਰੀਕੇ ਨਾਲ ਚੱਲ ਰਹੀ ਹੈ। ਸਭ ਤੋਂ ਪਹਿਲੇ ਦਿਨ ਜਦੋਂ ਇਸ ਬਿੱਲ ਦਾ ਵਿਰੋਧ ਸ਼ੁਰੂ ਹੋਇਆ ਸੀ, ਹੈਲੋ ਜੀ ਜੀ ਤੁਹਾਡੀ ਆਵਾਜ਼ ਆ ਰਹੀ ਹੈ ਸਰ, ਤੁਸੀਂ ਕੰਪਲੀਟ ਕਰੋ। ਮੇਰੀ ਆਵਾਜ਼ ਆ ਰਹੀ ਹੈ ਜੀ? ਮੇਰੀ ਆਵਾਜ਼ ਆ ਰਹੀ ਹੈ? ਬਿਲकुल सर, क्लियर आवाज आ रही। ਹਾਂਜੀ ਸਭ ਤੋਂ ਪਹਿਲਾਂ ਜਦੋਂ ਇਸ ਦਾ ਵਿਰੋਧ ਸ਼ੁਰੂ ਹੋਇਆ ਸੀ ਤਾਂ ਇਸ ਦਾ ਵਿਰੋਧ ਝੂਠ ਤੋਂ ਸ਼ੁਰੂ ਕੀਤਾ ਵਿਰੋਧੀ ਪਾਰਟੀਆਂ ਨੇ। ਸਭ ਤੋਂ ਪਹਿਲਾਂ ਜਦੋਂ ਵਿਰੋਧੀ ਪਾਰਟੀਆਂ ਨੇ ਗੱਲ ਸ਼ੁਰੂ ਕੀਤੀ, ਕਹਿੰਦੇ ਕਿ ਐਮਐਸਪੀ ਖਤਮ ਹੋ ਜਾਏਗੀ, ਮੰਡੀਕਰਨ ਵਿਵਸਥਾ, ਮੰਡੀ ਏਪੀਐਮਸੀ ਐਕਟ ਖਤਮ ਹੋ ਜਾਊਗਾ, ਮੰਡੀ ਵਿਵਸਥਾ ਸਾਰੀ ਜਿਹੜੀ ਹੈਗੀ ਆ ਉਹ ਭੰਗ ਹੋ ਜੂ, ਤਹਿਸ ਨਹਿਸ ਹੋ ਜੂ, ਔਰ ਜਦੋਂ ਹੀ ਬਿੱਲ ਆਊਗਾ ਮੰਡੀ ਬੰਦ ਹੋ ਜੂਗੀ। ਪਰ ਇਹ ਸਾਰੇ ਝੂਠ ਕੱਲ ਜਦੋਂ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ, ਇਹਨਾਂ ਦੇ ਝੂਠ ਸਾਰੇ ਜਿਹੜੇ ਹੈਗੇ ਆ ਉਹ ਸਾਰਿਆਂ ਦੇ ਸਾਹਮਣੇ ਆ ਗਏ ਆ। ਤੋ ਹੌਲੀ ਹੌਲੀ ਲੋਕਾਂ ਨੂੰ ਜਿਵੇਂ ਜਿਵੇਂ ਅਸੀਂ ਜਾਵਾਂਗੇ ਦੱਸਾਂਗੇ ਕਿ ਇਹਨਾਂ ਨੇ ਗੁੰਮਰਾਹ ਕਰਨ ਪ੍ਰਚਾਰ ਕੀਤੇ ਆ। ਪਹਿਲਾਂ ਵਾਲੀ ਸਾਰੀ ਵਿਵਸਥਾ ਉਵੇਂ ਚਾਲੂ ਹੈ, ਮੰਡੀਆਂ ਦੇ ਵਿੱਚ ਖਰੀਦ ਉਵੇਂ ਹੋਣੀ ਹੈ, ਐਮਐਸਪੀ ਉਵੇਂ ਰਹਿਣੀ ਹੈ। ਮੈਂ ਮਾਫੀ ਚਾਹੁੰਦਾ ਵਿਚਾਲੇ ਰੋਕ ਕੋਈ ਵੀ ਦੇਖੋ ਆਪਾਂ ਸਿਆਸਤ ਦੇ ਉੱਤੇ ਆਵਾਂਗੇ, ਮੇਰੇ ਕੋਲ ਹੈਗੇ ਨੇ ਹਜੇ ਬਹੁਤ ਟਾਈਮ ਹੈ, ਬਿਲਕੁਲ ਮੈਂ ਤੁਹਾਡਾ ਇੱਕ ਇੱਕ ਪੁਆਇੰਟ ਲਵਾਂਗਾ। ਸਿਆਸਤ ਦੇ ਉੱਤੇ ਕਾਂਗਰਸ ਕੀ ਕਹਿੰਦੀ ਹੈ, ਆਮ ਆਦਮੀ ਪਾਰਟੀ ਕੀ ਕਹਿੰਦੀ ਹੈ, ਉਹ ਸਾਰੀਆਂ ਕਿਸਾਨ ਦੇ ਫਾਇਦੇ। ਸਰ ਜੇਕਰ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ, ਔਰ ਉਹਦੇ ਵਿੱਚ ਜਿਵੇਂ ਮੇਰੇ ਕਾਂਗਰਸ ਦੇ ਕਾਬਲ ਦੋਸਤ ਗੱਲ ਕਰ ਰਹੇ ਸੀਗੇ ਕਿ ਐਮਐਸਪੀ ਦਾ ਕੋਈ ਜ਼ਿਕਰ ਨਹੀਂ, ਮੈਂ ਚਾਹੂੰਗਾ ਕਿ ਉਹਨਾਂ ਨੂੰ ਪੀਡੀਐਫ ਫਾਈਲ ਮੈਂ ਉਹਨਾਂ ਨੂੰ ਭੇਜ ਦਿੰਦਾ, ਉਹਦਾ ਨੰਬਰ ਦੇ ਦੇਣ। ਐਮਐਸਪੀ ਬਾਰੇ ਜ਼ਿਕਰ ਹੈ, ਕੋਈ ਵੀ ਬੰਦਾ ਕੰਟਰੈਕਟ ਦੇ ਵਿੱਚ ਜਾਂਦਾ ਤਾਂ ਐਮਐਸਪੀ ਤੋਂ ਘੱਟ ਵਪਾਰੀ ਉਹਦੇ ਤੋਂ ਨਹੀਂ ਖਰੀਦ ਸਕਦਾ। ਇਹ ਗੱਲ ਇੱਕ ਪਾਸੇ ਹੈ। ਮੰਡੀ ਵਿਵਸਥਾ ਦੇ ਵਿੱਚ ਜੇ ਜਾਂਦਾ, ਸਰਕਾਰੀ ਚੀਜ਼ ਵੇਚਦਾ, ਸਰਕਾਰੀ ਉਗਾਉਂਦਾ ਝੋਨਾ ਕਣਕ, ਤਾਂ ਵੀ ਐਮਐਸਪੀ ਹੈ। ਜੇ ਕਿਸੇ ਦੇ ਕੰਟਰੈਕਟ 'ਚ ਜਾਂਦਾ ਤਾਂ ਵੀ ਐਮਐਸਪੀ ਹੈ। ਔਰ ਜੇ ਐਮਐਸਪੀ ਤੋਂ ਥੱਲੇ, ਠੀਕ ਹੈ, ਐਮਐਸਪੀ ਤੋਂ ਥੱਲੇ ਕੋਈ ਚੀਜ਼ ਜੇ ਬਾਈ ਚਾਂਸ ਉਹਦੀ ਵਿਕਦੀ ਹੈ ਤਾਂ 14,000 ਕਰੋੜ ਕੇਂਦਰ ਕੋਲ ਫੰਡ ਪਿਆ। ਮੇਰੀ ਆਵਾਜ਼ ਆ ਰਹੀ ਹੈ ਸਰ ਤੁਹਾਡੇ ਤੱਕ? ਰਾਜ ਸਰਕਾਰ ਦੇ ਨਾਲ ਵਿਰੋਧੀ ਧਿਰ ਲੜੀ ਹੋਈ ਹੈ। ਹੈਲੋ ਕੁਲਦੀਪ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਠੀਕ ਹੈ ਸਰ, ਤੁਸੀਂ ਜਿਹੜਾ ਕਾਂਗਰਸ ਨੂੰ ਕਹਿ ਰਹੇ ਹੋ, ਆਮ ਆਦਮੀ ਪਾਰਟੀ ਨੂੰ, ਦੇਖੋ ਅਸੀਂ ਸਾਰਿਆਂ ਨੂੰ ਪੱਖ ਰੱਖਣ ਦਾ ਮੌਕਾ ਦੇਣਾ। ਮੇਰਾ ਇੱਕ ਬਹੁਤ ਛੋਟਾ ਸਵਾਲ ਹੈ, ਮੇਰਾ ਸਵਾਲ ਹੈ ਕਿ ਤੁਹਾਡੀ ਪਾਰਟੀ ਦੇ ਕਿੰਨੇ ਵਰਕਰ ਅਜਿਹੇ ਨੇ ਜਿਨ੍ਹਾਂ ਕੋਲ 2 ਏਕੜ ਜ਼ਮੀਨ ਹੋਵੇ ਤੇ ਉਹਨਾਂ ਨੇ ਸਿੱਧਾ ਜਾ ਕੇ ਡੀਸੀ ਨਾਲ ਗੱਲਬਾਤ ਕੀਤੀ ਹੋਵੇ? ਕਿੰਨੇ ਤੁਹਾਡੇ ਪਾਰਟੀ ਦੇ ਵਰਕਰ ਨੇ, ਕਿੰਨੇ ਤੁਹਾਡੇ ਜਾਣ ਪਹਿਚਾਣ ਦੇ ਲੋਕ ਨੇ ਜਿਹੜੇ ਸਿੱਧਾ ਜਾ ਕੇ ਡੀਸੀ ਦੇ ਨਾਲ ਗੱਲਬਾਤ ਕਰਦੇ ਹੋਣ? 2 ਏਕੜ ਜ਼ਮੀਨ ਹੋਵੇ ਉਹਨਾਂ ਕੋਲ, ਜਾਂ 1 ਏਕੜ ਜ਼ਮੀਨ ਹੋਵੇ, ਜਾਂ 2.5 ਏਕੜ ਜ਼ਮੀਨ ਹੋਵੇ। ਤੁਸੀਂ ਮੈਨੂੰ ਨਾਮ ਦੱਸ ਦਿਓ 5 ਅੱਜ ਕਿ ਹਾਂ ਇਹ ਸਾਡੇ ਵਰਕਰ ਹੈ, ਦੇਖੋ ਇਹਨਾਂ ਨੇ ਪਰਸੋਂ ਡੀਸੀ ਨਾਲ ਮੀਟਿੰਗ ਕੀਤੀ ਹੈ। ਸਰ ਜੇ ਵਿਵਾਦ ਹੋਇਆ ਤਾਂ ਤੁਹਾਨੂੰ ਲੱਗਦਾ ਕਿ 1.5 ਕਿੱਲੇ ਵਾਲਾ ਜਾ ਕੇ ਡੀਸੀ ਨਾਲ ਗੱਲ ਕਰੇਗਾ? ਤੁਹਾਨੂੰ ਲੱਗਦਾ ਕਿ ਨਾ ਆਸਾਨ ਹੈ ਡੀਸੀ ਦੇ ਨਾਲ ਜਾ ਕੇ ਗੱਲਬਾਤ ਕਰਨਾ, ਐਸਡੀਐਮ ਸਾਹਿਬ ਦੇ ਨਾਲ ਜਾ ਕੇ ਗੱਲਬਾਤ ਕਰਨਾ? ਦੇਖੋ ਮੈਂ ਤੁਹਾਨੂੰ ਇਸ ਵਿਸ਼ੇ ਤੇ ਗੱਲ ਕਰਨੀ ਹੈ, ਦੱਸਣੀ ਚਾਹਣਾ ਕਿ ਇਹਦੇ ਨਾਲ ਹੀ ਇੱਕ ਐਫਪੀਓ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਵਿਵਸਥਾ ਵੀ ਆਈ ਹੈ। ਜਿਹੜੇ ਛੋਟੇ ਕਿਸਾਨ ਹੈ, ਆਪਾਂ ਇਹ ਗੱਲ ਕਰਦੇ ਆ ਕਿ ਜੇ ਉਹ ਇਕੱਠੇ ਹੋ ਕੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਲੈਂਦੇ ਆ, ਉਹ ਦੇਸ਼ ਦੀ ਇੱਕ ਮੰਡੀ 'ਚ ਤਾਂ ਕੀ ਉਹ ਵਿਦੇਸ਼ 'ਚ ਵੀ ਆਪਦੀ ਫਸਲ ਲੈ ਸਕਦੇ ਆ। ਡੀਸੀ ਤਾਂ ਕੀ ਕਿਤੇ ਵੀ ਜਾ ਕੇ ਉਹ ਗੱਲ ਕਰ ਸਕਦੇ ਆ, ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕਰ ਸਕਦੇ ਆ। ਸੋ ਉਹਨੂੰ ਵੀ ਸਾਨੂੰ ਐਡਰੈਸ ਕਰਨ ਦੀ ਲੋੜ ਹੈ। ਐਵੇਂ ਆਪਾਂ ਡਰਾਈ ਜਾਂਦੇ ਆ ਵੀ ਛੋਟਾ ਕਿਸਾਨ ਗਿਆ ਨਹੀਂ, ਛੋਟਾ ਕਿਸਾਨ ਕਿਤੇ ਗਿਆ ਨਹੀਂ। ਛੋਟੇ ਕਿਸਾਨ ਨੂੰ ਤਾਂ ਵਪਾਰੀ ਪਹਿਲਾਂ ਚੂੜ ਖਾ ਗਏ, ਮੰਦੀ ਵਿਵਸਥਾ ਚੂੜ ਖਾ ਗਈ ਆਪਣੀ। ਉਹ ਝੋਨੇ ਕਣਕ ਦੇ ਵਿੱਚ ਹੀ ਵਿਚਾਰਾ ਖੁਦਕੁਸ਼ੀਆਂ ਕਰੀ ਜਾਂਦਾ। ਅੱਜ ਉਹਨੂੰ ਨਵੀਂ ਵਿਵਸਥਾ ਮਿਲੀ ਹੈ, ਛੋਟੇ ਕਿਸਾਨ ਇਕੱਠੇ ਹੋ ਕੇ ਵੱਡਾ ਹੰਭਲਾ ਮਾਰ ਸਕਦੇ ਆ। ਤਾਂ ਸਾਨੂੰ ਉਹਦਾ ਸਵਾਗਤ ਕਰਨਾ ਬਣਦਾ, ਉਹਦਾ ਮਜ਼ਾਕ ਉਡਾਉਣਾ ਨਹੀਂ ਬਣਦਾ। ਠੀਕ ਹੈ ਸਰ, ਤੁਸੀਂ ਆਪਣਾ ਪੁਆਇੰਟ ਰੱਖ ਰਹੇ ਹੋ। ਮੈਂ ਤਾਂ ਇਹੀ ਕਹਿ ਰਿਹਾ ਨਾ ਕਿ ਅੱਜ ਕਿਸਾਨ ਨੇਤਾ ਸਾਡੇ ਨਾਲ ਨੇ, ਤੁਸੀਂ ਉਹਨਾਂ ਨੂੰ ਸੰਤੁਸ਼ਟ ਕਰ ਦਿਓ। ਮੈਂ ਮੋਡਰੇਟਰ ਵਿੱਚ ਕਿ ਮੈਂ ਉਹਨਾਂ ਦੀ ਗੱਲ ਤੁਹਾਡੇ ਤੱਕ ਰੱਖ ਰਿਹਾ, ਤੁਹਾਡੀ ਗੱਲ ਉਹਨਾਂ ਤੱਕ ਰੱਖ ਰਹੇ ਹਾਂ ਕਿ ਵਾਕਈ ਹੀ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਕਲੀਅਰ ਹੈਗੇ ਨੇ। ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਰਿਹਾ। ਕੁਲਦੀਪ ਜੀ ਤੁਹਾਡੇ ਕੋਲ ਵੀ ਆਉਂਗਾ ਤੇ ਸਾਡੇ ਨਾਲ ਕਾਦੀਆਂ ਸਾਹਿਬ ਜੁੜੇ ਹੋਏ ਨੇ, ਉਹਨਾਂ ਕੋਲ ਵੀ ਮੈਂ ਵਾਪਸ ਜਾਵਾਂਗਾ, ਗੱਲਬਾਤ ਉਹਨਾਂ ਦੇ ਨਾਲ ਵੀ ਅਸੀਂ ਕਰਾਂਗੇ। ਇੱਕ ਨਿੱਕੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਚਰਚਾ ਕਰ ਰਹੇ ਹਾਂ ਅੱਜ ਇੱਕ ਵਾਰ ਫਿਰ ਤੋਂ ਖੇਤੀ ਬਿੱਲਾਂ ਦੇ ਉੱਤੇ, ਖੇਤੀ ਕਾਨੂੰਨਾਂ ਦੇ ਉੱਤੇ। ਵਿਧਾਨ ਸਭਾ ਦੇ ਵਿੱਚ ਸੈਸ਼ਨ ਬੁਲਾ ਕੇ ਮਤੇ ਪਾਉਣ ਦੀ ਗੱਲ ਹੋ ਰਹੀ ਹੈ, ਗ੍ਰਾਮ ਸਭਾ ਦੇ ਵਿੱਚ ਮਤੇ ਪਾਉਣ ਦੀ ਗੱਲ ਹੋ ਰਹੀ ਹੈ ਤੇ ਇਸ ਸਭ ਦੇ ਵਿਚਾਲੇ ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦਾ ਫਰਕ ਕੀ ਪਏਗਾ, ਇਸ ਦਾ ਮਤਲਬ ਕੀ ਹੈ। ਮਹਿਮਾਨ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਮੈਂ ਰੁਕ ਕਰਾਂਗਾ, ਇਸ ਸੈਗਮੈਂਟ ਦੀ ਸ਼ੁਰੂਆਤ ਕਰਦੇ ਹਾਂ। ਕਿਸਾਨ ਆਗੂ ਜਿਹੜੇ ਸਾਡੇ ਨਾਲ ਹਰਮੀਤ ਸਿੰਘ ਕਾਦੀਆਂ ਜੀ ਜੁੜੇ ਹੋਏ ਨੇ। ਕਾਦੀਆਂ ਸਾਹਿਬ, 2 ਚੀਜ਼ਾਂ ਸਮਝਣੀਆਂ ਚਾਹੁੰਦਾ। ਇੱਕ ਤਾਂ ਬ੍ਰੇਕ ਤੋਂ ਪਹਿਲਾਂ ਜੋ ਜ਼ਿਕਰ ਕਰ ਰਹੇ ਸੀ ਕੁਲਦੀਪ ਜੀ
ਕਿ ਕਿਸਾਨ ਹਿਤੈਸ਼ੀ ਹੈ। ਅੱਜ ਸਾਰੇ ਛੋਟੇ ਕਿਸਾਨ ਇਕੱਠੇ ਹੋ ਕੇ ਵੱਡਾ ਹੰਬਲਾ ਮਾਰ ਸਕਦੇ ਨੇ ਤੇ ਸਿਆਸਤ ਕਰਕੇ ਉਹਨਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ। ਤੇ ਇਸ ਵਿਚਾਲੇ ਮੈਂ ਇੱਕ ਖਬਰ ਵੀ ਤੁਹਾਨੂੰ ਦੇ ਦਾਂ, ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਲੋਂ ਇੱਕ 8 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜੋ 10 ਦਿਨ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਕਿ ਉਹਨਾਂ ਨੂੰ ਕੀ ਦਿੱਕਤ ਹੈ ਉਹ ਰਿਪੋਰਟ ਆਪਣੀ ਸੌਂਪੇਗੀ। ਮੈਂ ਤੁਹਾਡੇ ਤੋਂ ਪਹਿਲਾਂ ਇਹੀ ਜਾਣਨਾ ਚਾਹੁੰਦਾ ਕਿ ਤਿਆਰ ਹੋ ਤੁਸੀਂ? ਕਿਸਾਨ ਆਗੂ ਤਿਆਰ ਨੇ ਗੱਲਬਾਤ ਦੇ ਲਈ ਜੇ ਬੀਜੇਪੀ ਦੀ ਕਮੇਟੀ ਤੁਹਾਡੇ ਕੋਲ ਪਹੁੰਚਦੀ ਹੈ? ਸਾਡੀ 31 ਕਿਸਾਨ ਜਥੇਬੰਦੀਆਂ ਇਕੱਠੀਆਂ ਨੇ ਜੀ। 31 ਦੇ 31 ਕਿਸਾਨ ਬੰਦਿਆਂ ਦੇ ਇੱਕ ਟੇਬਲ ਤੇ ਬੈਠ ਜਾਣਗੀਆਂ। ਜਿਹੜੀ ਇਹ ਲਾਅ ਲੈ ਕੇ ਆਇਆ ਜਿਹਨੂੰ ਇਹ ਚੰਗਾ ਕਹਿੰਦੇ ਆ, ਸਾਡੇ ਨਾਲ ਟੇਬਲ ਟਾਕ ਕਰ ਲੈਣ, ਅਸੀਂ ਟੇਬਲ ਟਾਕ ਕਰਨ ਨੂੰ ਤਿਆਰ ਆ। ਦੂਜੀ ਜਿਹੜੀ ਗੱਲ ਆ ਕੇ ਆ ਵੀ ਕੀ ਇਹਦਾ ਫਰਕ ਪਊਗਾ, ਉਹਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਹਾਲੇ ਆਰਡੀਨੈਂਸ ਸੀ, ਬਿੱਲ ਨਹੀਂ ਸੀ, ਕੋਈ ਕਾਨੂੰਨ ਨਹੀਂ ਬਣਿਆ ਸੀ, ਆਰਡੀਨੈਂਸ ਸੀਗਾ। ਤੇ ਸਾਡਾ ਕਰਨਾਲ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਿਹੜਾ ਝੋਨਾ ਵੱਢਿਆ ਗਿਆ 126, ਉਹ 1200-1400 ਰੁਪਏ 'ਚ ਖਰੀਦਿਆ ਗਿਆ। ਇਹ ਕਹਿੰਦੇ ਬਿੱਲ ਦਾ ਫਰਕ ਨਹੀਂ ਹੈ। ਜੇ ਬਿੱਲ ਦਾ ਫਰਕ ਨਹੀਂ ਹੈ, ਇੱਕ ਓਪਨ ਮਾਰਕੀਟ 'ਚ ਬਾਸਮਤੀ ਚੱਲਦੀ ਸੀ ਜਿਹੜੀ 2500 ਰੁਪਏ ਰੇਟ ਵਿਕਦੀ ਸੀ, ਜਿਹੜੀ ਕਿ ਰੇਟ ਨਾ ਵਾਜਬ ਆ, ਕੋਈ ਜ਼ਿਆਦਾ ਪ੍ਰੋਫਿਟੇਬਲ ਰੇਟ ਨਹੀਂ ਹੈ, ਪਰ ਅੱਜ ਉਹਦਾ ਰੇਟ 1800-1900 ਆ। ਵੀ ਜੇ ਵੱਡੀਆਂ ਕੰਪਨੀਆਂ ਖਰੀਦ ਲੈਣਗੀਆਂ, ਉਹਦਾ ਇਸ਼ਾਰਾ ਹੀ ਸਾਨੂੰ ਇਹ ਦੱਸ ਰਿਹਾ ਵੀ ਜਦੋਂ ਇਹ ਬਿੱਲ ਬਣ ਗਿਆ, ਸਾਡੇ ਦੇ ਕਾਨੂੰਨ ਹੀ ਬਣ ਗਿਆ, ਫਿਰ ਇਹ ਕਿਵੇਂ ਪਰਚੇਜ਼ ਹੋਊਗੀ ਤੇ ਕਿਵੇਂ ਇਹਦੀਆਂ ਪੇਮੈਂਟਾਂ ਸਾਨੂੰ ਮਿਲਣਗੀਆਂ। ਜਿਹੜਾ ਮੰਡੀ ਦੀ ਗੱਲ ਤੁਸੀਂ ਕੀਤੀ ਸੀ ਵੀ ਮੰਡੀ ਦੇ ਖਾਤਰ ਕਿਸਾਨ ਕਿਉਂ ਕਹਿ ਰਿਹਾ, ਵੱਡੀਆਂ ਕੰਪਨੀਆਂ ਦਾ ਕੀ ਫਰਕ ਕਹਿ ਰਿਹਾ? ਜਿਹੜੀ ਕਣਕ 925 ਜਾਂ 975 ਹੁਣ 50 ਰੁਪਏ ਪੈ ਗਏ ਆ, ਉਹ ਸਾਡੇ ਤੋਂ ਛੋਟੀਆਂ ਚੱਕੀਆਂ ਵਾਲੇ ਕਣਕ ਖਰੀਦ ਕੇ ਲੈ ਜਾਂਦੇ ਆ ਤੇ ਗਰੀਬ ਬੰਦਿਆਂ ਨੂੰ 22 ਤੋਂ ਲੈ ਕੇ 25 ਰੁਪਏ ਦਾ ਆਟਾ ਉਪਲਬਧ ਕਰਾ ਦਿੰਦੇ ਨੇ, ਆਪ ਦਾ ਥੋੜਾ ਜਿਹਾ ਮਾਰਜਨ ਲੈ ਕੇ। ਵੱਡੀਆਂ ਕੰਪਨੀਆਂ ਆਸ਼ੀਰਵਾਦ ਵਰਗੀਆਂ ਉਹ ਸਾਡੇ ਤੋਂ ਉਹੀ ਕਣਕ ਲੈ ਕੇ ਉਹ 30 ਰੁਪਏ ਤੋਂ 32 ਰੁਪਏ 35 ਰੁਪਏ ਤੱਕ ਆਪਣਾ ਆਟਾ ਵੇਚਦੀਆਂ ਨੇ। ਜਿਹੜਾ ਆਹ ਬਾਸਮਤੀ ਹੁਣ 1800-1900 ਰੁਪਏ ਨੂੰ ਵਿਕ ਰਿਹਾ, ਉਹ ਪੈਕ ਹੋ ਕੇ ਹਜ਼ਾਰਾਂ ਰੁਪਈਆਂ ਦੇ ਵਿੱਚ 500 ਰੁਪਏ ਦੇ ਵਿੱਚ ਕਿਲੋ ਵੇਚਦੇ ਨੇ। ਉਹ 'ਚ ਕੀ ਫਰਕ ਪੈ ਜਾਂਦਾ? ਕਿਹੜੀ ਉਹ ਸੋਨਾ ਲਾ ਦਿੰਦੇ ਆ ਉਹਦੇ ਬਾਸਮਤੀ ਨੂੰ। ਇਦਾਂ ਹੀ ਵੱਡੀ ਕੰਪਨੀਆਂ ਸਾਰਾ ਬਾਜ਼ਾਰ ਖਰਾਬ ਕਰਨਗੀਆਂ। ਜਿਹੜੀਆਂ ਵੱਡੀਆਂ ਕੰਪਨੀਆਂ ਹੋਣਗੀਆਂ ਉਹ ਸਿੱਧੀ ਸੈਲੋ ਜਿਵੇਂ ਬਣਿਆ ਹੋਇਆ ਆਪਣੇ ਡਗਰੂ ਦੇ ਵਿੱਚ ਸਿੱਧੀ ਕਣਕ ਟਰਾਲੀ ਡਿੱਗਦੀ ਆ, ਉਹਦੇ ਵਿੱਚ ਸਟੋਰ ਕਰਦੇ ਆ। ਪੱਲੇਦਾਰ ਆਪਣੇ ਪੈਸੇ ਨਹੀਂ ਬਣਦੇ, ਆੜਤ ਦੇ ਪੈਸੇ ਨਹੀਂ ਬਣਦੇ, ਟਰਾਂਸਪੋਰਟ ਦੇ ਪੈਸੇ ਨਹੀਂ ਬਣਦੇ, ਕਿਸਾਨ ਦੇ ਨਹੀਂ ਬਣਨੇ। ਤੇ ਜਦੋਂ ਇਹ ਸਾਰਾ ਸਿਸਟਮ ਇੱਥੋਂ ਚਲੇ ਗਿਆ, ਫਿਰ ਕਿਸਾਨ ਕਿੱਥੇ ਵੇਚੂਗਾ? ਇਹਨਾਂ ਦੇ ਗੁਲਾਮ ਹੀ ਹੋ ਜਾਊਗਾ। ਜਿਵੇਂ ਇਹ ਕਹਿਣਗੇ ਉਦਾਂ ਹੀ ਚੱਲੂਗਾ। ਨਹੀਂ ਹਰਮੀਤ ਜੀ ਦੇਖੋ, ਨਹੀਂ ਹਰਮੀਤ ਜੀ ਦੇਖੋ, ਗੱਲ ਉਹ ਸਾਰੀਆਂ ਦੇ ਥੋੜਾ ਜਿਹਾ ਹੋਰ ਬਾਜ਼ਾਰ ਨੂੰ ਫਰਕ ਪਾਊਗਾ। ਜਿਹੜਾ ਤੁਸੀਂ ਬਾਸਮਤੀ ਦਾ ਜ਼ਿਕਰ ਕਰ ਰਹੇ ਹੋ ਸਰ, ਬਾਸਮਤੀ ਤਾਂ ਅੱਜ ਵੀ ਵਿਕਦੀ ਹੈ, 200 ਰੁਪਏ ਕਿਲੋ ਚਾਵਲ ਵਿਕਦਾ, ਉਸ ਤੋਂ ਵੀ ਮਹਿੰਗਾ ਵਿਕਦਾ, 1000 ਰੁਪਏ ਵੀ ਹੋਣਾ ਤਾਂ ਅੱਜ ਵੀ ਹੈ। ਉਹ ਨਵੇਂ ਕਾਨੂੰਨ ਦੇ ਨਾਲ ਉਹ ਕਿਵੇਂ? ਗੱਲ ਤਾਂ ਉਹੀ ਹੋਗੀ ਕਿ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਬੀਜੇਪੀ ਕਹਿ ਰਹੀ ਅਸੀਂ ਉਹੀ ਰੋਕਣ ਵਾਸਤੇ ਕਰ ਰਹੇ ਹਾਂ। ਕੀ ਫਰਕ ਕੀ ਹੋਇਆ ਕਿ ਅੱਜ ਵੀ ਉਹੀ ਗੱਲ ਹੈ ਕਿ ਜੇਕਰ ਤੁਸੀਂ ਕਿਸੇ ਕੰਪਨੀ ਦਾ ਆਟਾ ਖਰੀਦ ਰਹੇ ਹੋ 35 ਰੁਪਏ ਕਿਲੋ ਵਿਕ ਰਿਹਾ ਹੈ, ਜੇਕਰ ਤੁਸੀਂ ਕਿਸੇ ਚੱਕੀ ਤੋਂ ਜਾ ਕੇ ਖਰੀਦਦੇ ਹੋ 25 ਰੁਪਏ 26 ਰੁਪਏ ਵਿਕ ਰਿਹਾ ਹੈ, ਤੇ ਉਹੀ ਕਿਸਾਨ 20 ਰੁਪਏ ਆਪਣੀ ਕਣਕ ਵੇਚ ਰਿਹਾ ਹੈ। ਹਾਂਜੀ ਗੌਰਵ ਜੀ, ਮੈਂ ਇੱਥੇ ਗੱਲ ਰੱਖਣੀ ਚਾਹੁੰਦਾ, ਬਹੁਤ ਵਧੀਆ ਗੱਲ ਹੈ ਸਾਡੇ ਕਿਸਾਨ ਵੀਰ ਨੇ। ਅੱਜ ਇਹ ਹਾਲ ਆ ਜਦੋਂ ਮਲਟੀਨੈਸ਼ਨਲ ਕੰਪਨੀਆਂ ਨੇ ਸਾਰੇ 500 ਕਰੋੜ ਦੀ ਕਣਕ ਖਰੀਦ ਲਈ, ਉਸ ਤੋਂ ਬਾਅਦ ਉਹ ਕੋੜਾ ਚੱਕੀ ਵਾਲਾ ਨੂੰ ਵੇਚੂਗਾ ਇਹਨੇ ਦੇ ਵਿੱਚ 22-23 ਰੁਪਏ ਦੀ। ਦੇਖੋ ਜਿਹੜਾ ਵਾਲੇ ਤਾਂ 30 ਨਹੀਂ ਚੱਲ 50 ਰੁਪਏ ਦਿਆ ਕਰਨਗੇ ਆਟਾ। ਜੇ ਮਗਰੋਂ ਮਤਲਬ ਕਿਤੇ ਸ਼ਾਰਟੇਜ ਆ ਗਈ, ਆਪਣੀ ਬਲਕ ਕਰਕੇ ਸ਼ਾਰਟੇਜ ਕਰਦੇ ਕਰਨਗੇ ਇੱਕ ਰੇਟ। ਦੇਖੋ ਜਿਹੜੇ ਐਕਟ 1955 ਕਰੋੜ ਨਾਲ ਗੱਲ ਨਹੀਂ ਨਾ ਬਣਦੀ। ਜਿਹੜੀ ਪ੍ਰੋਬਲਮ ਦੀ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਦੀ ਕਣਕ ਕਿੰਨੀ ਹੁੰਦੀ? 2000 ਕਰੋੜ ਦੀ ਥੋੜੀ ਹੁੰਦੀ ਹੈ। ਪੰਜਾਬ ਦੀ ਕਣਕ ਤਾਂ ਬਹੁਤ ਵੱਡੀ ਰਕਮ ਹੈ। ਉਹ ਤਾਂ ਉਹ 500 ਕਰੋੜ ਦੀ ਕਣਕ ਥੋੜੀ ਹੈ ਪੰਜਾਬ ਦੀ। ਗੌਰਵ ਜੀ ਜਿਹੜੀ ਮੈਂ ਇਸੇ ਕਰਕੇ ਕਹਿ ਰਿਹਾ ਕਿ ਸਾਵਧਾਨ ਗੱਲਬਾਤ ਕਰੀਏ ਕਿ ਸਮਝ ਆਵੇ ਜਦੋਂ ਬਲਕ ਚ ਉਹਨਾਂ ਕੋਲ ਚਲਿਆ ਕਰੂਗੀ, ਭੁੱਖ ਮਰੀ ਪਾਦਾ ਕਰਨਗੇ ਉਹ। ਕੁਲਦੀਪ ਜੀ ਨਹੀਂ ਦੇਖੋ, ਗੱਲ ਪਹਿਲਾਂ ਤਾਂ ਇਸ ਗੱਲ ਤੇ ਗੱਲ ਕਰੀਏ ਜਿਹੜੀ ਬੈਠਣ ਦੀ ਗੱਲ ਹੋਈ ਹੈ, ਜਿਹੜੀ ਬੈਠਣ ਦੀ ਗੱਲ ਹੋਈ ਹੈ, ਮੈਂ ਕਣਕ ਦੀ ਐਗਜ਼ਾਮਪਲ ਬੈਠਣ ਦੀ ਗੱਲ ਤੋਂ ਸ਼ੁਰੂਆਤ ਕਰੀਏ। ਗੱਲ ਸੰਵਾਦ ਨਾਲ ਹੋਣੀ ਹੈ। ਮੈਂ ਪੋਲੀਟੀਕਲ ਪਾਰਟੀਆਂ ਦੀ ਗੱਲ ਨਹੀਂ ਕਰਦਾ, ਦੂਜੀਆਂ ਪਾਰਟੀਆਂ ਨੂੰ ਆਪਾਂ ਨੂੰ ਜੋ ਕੀਤਾ ਉਹਨਾਂ ਨੇ ਸਹੀ ਕੀਤਾ, ਗਲਤ ਕੀਤਾ। ਪਰ ਜੇ ਕਿਸਾਨ ਜਥੇਬੰਦੀਆਂ ਜਦੋਂ ਬੈਠਣਾ ਚਾਹੁੰਦੀਆਂ, ਸਾਡੇ ਹੀ ਭਰਾ ਨੇ, ਮੈਂ ਵੀ ਕਿਸਾਨ ਪੁੱਤਰ ਆ, ਆਪਾਂ ਬੈਠਦੇ ਆ, ਆਪਾਂ ਇਹਦੇ ਵਿੱਚ ਜੋ ਕੋਈ ਚੀਜ਼ ਗਲਤ ਲੱਗੂ PDF ਪੰਜਾਬੀ ਚ ਪਏ ਆ, ਆਪਾਂ ਪੜ੍ਹ ਲੈਂਦੇ ਕੰਪਿਊਟਰ ਤੇ ਲਾ ਕੇ, ਆਪਾਂ ਉਹਦੇ ਬਾਰੇ ਐਡਰੈਸ ਕਰ ਲਾਂਗੇ। ਪਰ ਜਿੱਥੋਂ ਤੱਕ ਗੱਲ ਇਹ ਹੋ ਰਹੀ ਹੈ ਆਪਣੀ ਕਿ ਕੰਪਨੀਆਂ, ਭਾਈ ਸਾਹਿਬ ਨੇ ਸਾਰੇ ਪਿਛਲੀਆਂ ਗੱਲਾਂ ਗਿਣਾਤੀਆਂ। ਪਿਛਲੇ ਕਾਨੂੰਨ ਦੇ ਵਿੱਚ ਕਿਸਾਨ ਪਿਸ ਰਿਹਾ ਸੀ, ਕਿਸਾਨ ਦਾ ਕਣਕ ਖਰੀਦ ਕੇ ਆਟਾ ਮਹਿੰਗਾ ਵਿਕ ਰਿਹਾ ਸੀ, ਔਰ ਉਹ ਕੰਪਨੀਆਂ ਮੈਂ ਖੁਦ ਸ਼ਿਕਾਰ ਹਾਂ। ਮੈਂ 20 ਕਿੱਲੇ ਐਲੋਵੀਰਾ ਬੀਜਿਆ ਸੀ ਔਰ ਕੰਪਨੀ ਭੱਜ ਗਈ, ਮੈਂ ਉਹਦੀ ਪੂਛ ਨਹੀਂ ਤੋੜ ਸਕਿਆ। ਪਰ ਨਵੇਂ ਕਾਨੂੰਨ ਨੇ ਮੈਨੂੰ ਇਹ ਮੌਕਾ ਦੇਤਾ ਵੀ ਮੈਂ ਉਹ ਕੰਪਨੀ ਨੂੰ ਹੁਣ SDM ਦੇ ਕੋਲੇ ਫੜ ਕੇ ਲੈ ਜਾਊਂਗਾ। 60 ਦਿਨਾਂ ਦੇ ਵਿੱਚ ਮੈਨੂੰ ਉਹਦਾ ਇਨਸਾਫ ਮਿਲੂਗਾ, ਮੁਆਵਜ਼ਾ ਮਿਲੂਗਾ। ਔਰ ਬੰਨ ਤੇ SDM ਸਾਹਿਬ ਤੇ DC ਸਾਹਿਬ ਦੇ ਵਿੱਚ ਨਵੇਂ ਕਾਨੂੰਨ ਨੇ ਬੰਨੇ ਆ। ਚਲੋ ਇਹ ਤਾਂ ਬੜਾ ਵਧੀਆ ਹੋ ਗਿਆ ਕੁਲਦੀਪ ਜੀ, ਤੁਸੀਂ ਬੜਾ ਵਧੀਆ ਐਗਜ਼ਾਮਪਲ ਦਿੱਤਾ। ਕਿਉਂਕਿ ਸਾਡੇ ਪੰਜਾਬ ਦੇ SDMDC ਦੇਖੋ ਹੋਰ ਆਸਾਨੀ ਸਮਝਣ ਦੀ ਕੋਸ਼ਿਸ਼ ਕਰ ਸਰਕਾਰਾਂ ਬਣਾਉਣ ਵਾਲੇ ਬੰਦੇ SDMDC ਨੂੰ ਫੋਨ ਕਰਦੇ ਕਿਸਾਨ ਉੱਤੇ ਪੈਸੇ ਹਰਮੀਤ ਜੀ, ਮੈਂ ਤੁਹਾਡੇ ਕੋਲ ਵਾਪਸ ਆ ਰਿਹਾ। ਕੁਲਦੀਪ ਜੀ ਨਾਲ ਗੱਲ ਕਰ ਲੈਣ ਦਿਓ ਇੱਕ ਵਾਰੀ।
ਸਵਾਲ ਪੁੱਛ ਲੈਣ ਤਾਂ ਤੁਸੀਂ ਬੜਾ ਵਧੀਆ ਐਗਜ਼ਾਮਪਲ ਹੋਰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਜਦ ਤੁਸੀਂ ਖੁਦ ਮੈਂ ਇਹੀ ਗੱਲ ਜਿਹੜੀ ਇਸ ਨੂੰ ਐਡਰੈਸ ਕਰਨਾ ਚਾਹੁੰਦਾ ਮੈਂ ਇਹੀ ਸਮਝਣਾ ਚਾਹੁੰਦਾ ਨਹੀਂ ਸਾਨੂੰ ਪ੍ਰਾਇਮਰੀ ਲੈਵਲ ਤੇ ਐਡੀ ਵੱਡੀ ਰਿਲੀਫ ਮਿਲ ਗਈ ਕਿ 60 ਦਿਨਾਂ ਦੇ ਵਿੱਚ ਸਾਡਾ ਮਸਲਾ ਹੱਲ ਹੋਊਗਾ। ਅਦਾਲਤਾਂ ਦੇ ਵਿੱਚ ਤਾਂ ਪਹਿਲਾਂ ਕੇਸ ਚੱਲੀ ਜਾਂਦੇ ਕੰਪਨੀਆਂ ਦੇ, ਕੰਪਨੀਆਂ ਕਿੱਥੋਂ ਕਿਸੇ ਨੂੰ ਇਨਸਾਫ ਦਿੰਦੀਆਂ ਇੱਕ ਵਾਰੀ ਮੈਨੂੰ ਵੀ ਬੋਲ ਲੈਣ ਦਿਓ, ਕਾਨੂੰਨ ਨੇ ਸਾਨੂੰ ਮੌਕਾ ਦੇ ਦਿੱਤਾ, ਮੈਂ ਖੁਦ ਭੁਗਤ ਭੋਗੀ ਹਾਂ ਸਰ। ਨਹੀਂ ਦੇਖੋ ਐਵੇਂ ਨਹੀਂ ਦੇਖੋ ਇੱਕ ਸੈਕਿੰਡ 20 ਏਕੜ ਵਾਲੇ ਕਿਸਾਨ ਤੇ 2 ਏਕੜ ਵਾਲੇ ਦੇ ਵਿੱਚ ਫਰਕ ਹੈ, ਇਹ ਤੁਸੀਂ ਵੀ ਸਮਝਦੇ ਹੋ ਇਸ ਚੀਜ਼ ਨੂੰ। ਬੜੀ ਸਾਰਥਕ ਗੱਲਬਾਤ, ਮੈਂ ਬੜੇ ਆਰਾਮ ਨਾਲ ਗੱਲਬਾਤ ਕਰ ਰਿਹਾ ਤਾਂ ਕਿ ਲੋਕਾਂ ਨੂੰ ਸਮਝ ਆਵੇ। 20 ਏਕੜ ਤੇ 2 ਏਕੜ ਵਾਲੇ ਦੇ ਵਿੱਚ ਫਰਕ ਹੈ, ਇਹ ਤੁਸੀਂ ਵੀ ਗੱਲ ਸਮਝਦੇ ਹੋ। ਜੇਕਰ 20 ਏਕੜ ਵਾਲੇ ਦੇ ਨਾਲ ਕੋਈ ਠੱਗੀ ਹੁੰਦੀ ਹੈ ਜਾਂ ਕੋਈ ਕੰਪਨੀ ਭੱਜ ਜਾਂਦੀ ਹੈ ਤਾਂ ਉਹ ਕਿਸ ਤਰੀਕੇ ਨਾਲ ਗੱਲਬਾਤ ਕਰੇਗਾ। ਜੇ 2 ਏਕੜ ਵਾਲੇ ਦਾ ਕੋਈ ਛੱਡ ਕੇ ਭੱਜ ਗਿਆ ਫਸਲ, ਐਲੋਵੇਰਾ ਉਸਨੇ ਬੀਜਿਆ ਹੋਇਆ, ਉੱਥੇ ਐਲੋਵੇਰਾ ਦੀ ਖੇਤੀ ਕੀਤੀ ਹੋਈ ਤੇ ਉਹ ਕੰਪਨੀ ਚਲੀ ਗਈ ਤਾਂ ਕੀ ਕਰੇਗਾ ਉਸ ਦਾ? ਸਰ ਮੈਂ ਸ਼ੁਰੂਆਤ ਦੇ ਵਿੱਚ ਜੋ ਸਵਾਲ ਪੁੱਛਿਆ ਸੀ ਨਾ ਤੁਹਾਨੂੰ ਕਿ ਉਹ 2 ਏਕੜ ਵਾਲਾ ਤੁਹਾਨੂੰ ਲੱਗਦਾ ਕਿ ਜਾ ਕੇ ਡੀਸੀ ਦੇ ਕੋਲ ਆਪਣੀ ਫਰਿਆਦ ਲਗਾਏਗਾ ਤੇ ਜਿਹੜੀ ਇੱਕ ਵੱਡੀ ਕੰਪਨੀ ਹੋਏਗੀ ਉਹ ਡੀਸੀ ਲੈਵਲ ਤੱਕ ਕੋਈ ਇਹ ਪੂਰਾ ਜਿਹੜਾ ਪੂਰਾ ਜਾਂਚ ਹੋਏਗੀ, ਆ ਚੀਜ਼ਾਂ ਹੋਣਗੀਆਂ ਉਹਨੂੰ ਪ੍ਰਭਾਵਿਤ ਨਹੀਂ ਕਰ ਸਕਣਗੀਆਂ? ਇਹੀ ਤਾਂ ਖਦਸ਼ਾ ਸਰ ਕੁਲਦੀਪ ਜੀ। ਦੇਖੋ ਕਾਨੂੰਨ ਮੈਂ ਥੋੜੀ ਜਿਹੀ ਗੱਲ ਵਿੱਚ ਕਹਿਣਾ ਚਾਹੁੰਦਾ, ਜੇ ਕੁਆਲਿਟੀ ਨਾ ਬਣ ਸਕੀ, ਮੌਸਮ ਦੀ ਮਾਰ ਪੈ ਗਈ, ਫਿਰ ਬਰਾਬਰ ਦਾ ਮੌਕਾ ਦਿੰਦਾ ਹੈ। ਪਰ ਜੇ ਫਿਰ ਵੀ ਜੇ ਕੋਈ ਫਲॉज ਲੱਗਦੇ ਆ ਸਾਨੂੰ, ਅਸੀਂ ਸਾਡੇ ਨਾਲ ਕਿਸਾਨ ਜਥੇਬੰਦੀਆਂ ਬੈਠਣ, ਆਪਾਂ ਉਹਦੇ ਤੇ ਗੱਲ ਕਰ ਲੈਂਦੇ ਆ। ਨਹੀਂ ਠੀਕ ਹੈ ਸਰ, ਉਹ ਤਾਂ ਬੈਠ ਹੀ ਰਹੀਆਂ ਨੇ, ਉਹ ਤਾਂ ਤੁਸੀਂ ਵੀ ਕਹਿਤਾ, ਉਹ ਵੀ ਕਹਿ ਰਹੇ ਮੌਸਮ ਦੀ ਮਾਰ ਪੈ ਗਈ ਫਾਰਮਰ ਹੋ ਜਾਣਗੇ, ਪਰ ਸੋਕਾ ਪੈ ਗਿਆ, ਮੀਂਹ ਪੈ ਗਿਆ, ਗੜੇ ਪੈ ਗਿਆ, ਉਹਦੀ ਕੁਆਲਿਟੀ ਨਾ ਬਣ ਸਕੀ, ਉਹ ਬਹਾਨਾ ਮਾਰ ਕੇ ਕੁਆਲਿਟੀ ਸਾਨੂੰ ਪੇਮੈਂਟ ਨਾ ਦੇਵੇ, ਫਿਰ ਕਿਸਾਨ ਕਿੱਥੇ ਜਾਊਗਾ ਜੀ? ਬਿਲਕੁਲ ਇਹੀ ਗੱਲ ਕਰ ਰਹੇ ਹਾਂ ਮੈਂ ਦੱਸਦੇ। ਦੇਖੋ ਇਹਨੂੰ ਆਪਾਂ ਪੂਰਾ ਪੜ੍ਹ ਲਈਏ। ਜੇ ਕੰਟਰੈਕਟ ਆਪਾਂ ਪਹਿਲਾਂ ਤਾਂ ਇਹ ਵੇਖੀਏ ਕਿ ਜਿਹੜੇ ਬੰਦੇ ਆਪਾਂ ਸਾਰੇ ਜਿੰਨੇ ਬੰਦੇ ਵੀ ਆਪਾਂ ਬੈਠੇ ਆ, ਆਪਾਂ 80% ਉਹ ਆ ਜਿਹੜੇ ਝੋਨਾ ਤੇ ਕਣਕ ਉਗਾਉਣੇ ਆ। ਝੋਨਾ ਕਣਕ ਸਰਕਾਰ ਖਰੀਦ ਰਹੀ ਹੈ। ਪਹਿਲੇ ਦਿਨ ਤੋਂ ਵਿਰੋਧ ਹੋ ਰਿਹਾ ਸੀਗਾ ਕਿ ਸਰਕਾਰੀ ਮੰਡੀਆਂ ਤੇ ਸਰਕਾਰੀ ਖਰੀਦ ਬੰਦ ਹੈ। 80% ਲੋਕਾਂ ਦੀ ਸਮੱਸਿਆ ਦਾ ਹੱਲ ਹੋ ਚੁੱਕਿਆ, ਕੋਈ ਦਿੱਕਤ ਨਹੀਂ। ਜੇ ਕਿਸੇ ਨੇ ਕੰਟਰੈਕਟ ਫਾਰਮਿੰਗ 'ਚ ਜਾਣਾ ਹੈ, ਉਹਦੇ ਲਈ ਆਪਾਂ ਉਹਨੂੰ ਪੜ੍ਹੀਏ, ਬੈਠੀਏ ਤੇ ਆਪਾਂ ਉਹਦੇ ਵਿੱਚ ਗੱਲ ਕਰ ਲਾਂਗੇ। ਠੀਕ ਹੈ, ਚਲੋ ਇਹ ਬੜਾ ਵੈਲਿਡ ਪੁਆਇੰਟ ਹੈ। ਮੈਂ ਕੋਟਲੀ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਇੱਕ ਰਿਐਕਸ਼ਨ ਕਹਿੰਦੇ ਆ, ਉਹ 80% ਤਾਂ ਹੋਇਆ। ਇੱਕ ਮਿੰਟ ਗੱਲ ਕਰ ਲੈਣ ਦਿਓ, ਕੋਟਲੀ ਸਾਹਿਬ ਦਾ ਰਿਐਕਸ਼ਨ ਲੈ ਲਓ, ਇੱਕ ਮਿੰਟ ਗੱਲ ਕਰ ਲੈਣ ਦਿਓ। ਠੀਕ ਹੈ ਹਰਮੀਤ ਜੀ, ਮੈਂ ਤੁਹਾਡੇ ਕੋਲ ਆ ਰਿਹਾ, ਮੈਂ ਆ ਰਿਹਾ ਸਰ ਤੁਹਾਡੇ ਕੋਲ। ਇੱਕ ਸੈਕਿੰਡ ਮੈਨੂੰ 10-20 ਸੈਕਿੰਡ ਦਿਵੋ। ਕੋਟਲੀ ਸਾਹਿਬ, ਮੈਂ ਇੱਕ ਰਿਐਕਸ਼ਨ ਤੁਹਾਡਾ ਵੀ ਚਾਹੁੰਦਾ। ਦੇਖੋ ਡਾਈਵਰਸਿਫਿਕੇਸ਼ਨ ਦਾ ਜ਼ਿਕਰ ਹੁੰਦਾ ਹੈ, ਕਾਂਗਰਸ ਵੀ ਕਰਦੀ ਹੈ, ਬੀਜੇਪੀ ਵੀ ਕਰਦੀ ਹੈ, ਸਾਰੇ ਕਰਦੇ ਆ ਕਿ ਡਾਈਵਰਸਿਫਿਕੇਸ਼ਨ ਹੋਣਾ ਚਾਹੀਦਾ, ਅਸੀਂ ਕਣਕ ਝੋਨੇ ਦੇ ਪੂਰੇ ਗੇੜ ਦੇ ਵਿੱਚੋਂ ਕਿਸਾਨਾਂ ਨੂੰ ਕੱਢ ਸਕੀਏ। ਪਰ ਸਵਾਲ ਇਹ ਵੀ ਹੈ ਕਿ ਅੱਜ ਤੋਂ 20 ਸਾਲ ਬਾਅਦ ਵੀ ਤੁਹਾਨੂੰ ਲੱਗਦਾ ਕਿ ਐਮਐਸਪੀ ਇਸ ਤਰੀਕੇ ਨਾਲ ਹੀ ਚੱਲਦੀ ਰਹੇਗੀ? ਤੁਹਾਨੂੰ ਲੱਗਦਾ ਕਿ 20 ਸਾਲ ਬਾਅਦ ਵੀ ਪੰਜਾਬ ਦੇ ਕਿਸਾਨ ਇਸ ਤਰੀਕੇ ਨਾਲ ਹੀ ਝੋਨਾ ਕਣਕ ਬੀਜ ਰਹੇ ਹੋਣਗੇ? ਮੈਂ 20 ਸਾਲ ਸ਼ਾਇਦ ਘੱਟ ਕਹਿਤਾ, 40 ਸਾਲ ਰੱਖੋ, 50 ਸਾਲ ਰੱਖੋ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਕੋਈ ਬਦਲ ਦੇਣਾ ਹੀ ਹੋਏਗਾ? ਉਹ ਕਿਸ ਤਰੀਕੇ ਨਾਲ ਦਿੱਤਾ ਜਾ ਸਕਦਾ ਹੈ? ਤੁਹਾਡੇ ਕੋਲ ਕੋਈ ਸੋਲਿਡ ਸੁਜੈਸ਼ਨਸ ਹੈਗੇ ਨੇ ਜੋ ਕਿਸਾਨਾਂ ਦੇ ਲਈ ਜਾਂ ਸਰਕਾਰ ਦੇ ਲਈ ਹੋਵੇ ਕਿ ਹਾਂ ਤੁਸੀਂ ਇਹ ਇੰਪਲੀਮੈਂਟ ਕਰੋ ਜਾਂ ਇਹ ਬਿੱਲ ਦੇ ਵਿੱਚ ਪਾ ਦਿਓ, ਦੈਟਸ ਆਲ, ਚੀਜ਼ਾਂ ਸੌਰਟ ਆਊਟ ਹੋ ਜਾਣਗੀਆਂ? ਕੋਟਲੀ ਜੀ। ਦੇਖੋ ਕਈ ਰੀਜ਼ਨ ਨੇ। ਮੰਡੀ ਨਾਲ ਕਿਸਾਨ ਇਸ ਲਈ ਜੁੜਿਆ ਹੋਇਆ ਕਿ ਉਹ ਆਪਣੇ ਆਪ ਨੂੰ ਸਿਕਿਉਰਡ ਫੀਲ ਕਰਦਾ। ਉੱਥੇ ਉਹ ਆਪਣੀ ਫਸਲ ਲੈ ਕੇ ਜਾਂਦਾ ਤੇ ਵੇਚ ਕੇ ਸ਼ਾਮ ਨੂੰ ਘਰੇ ਆ ਜਾਂਦਾ। ਔਰ ਦੇਖੋ ਇਹ ਜਿਹੜੇ ਕਾਨੂੰਨ ਨਵੇਂ ਬਣਾਏ ਜਾ ਰਹੇ ਨੇ, ਪਹਿਲੀ ਗੱਲ ਤਾਂ ਇਹ ਕਿਸਾਨ ਇਹਨਾਂ ਚੀਜ਼ਾਂ ਨਾਲ ਕਨੈਕਟ ਹੀ ਨਹੀਂ ਕਰ ਪਾਊਗਾ, ਕਿਉਂਕਿ ਪਹਿਲਾਂ ਹੀ ਰੈਵਨਿਊ ਦੇ ਬੜੇ ਝਗੜੇ ਝਮੇਲੇ ਨੇ। ਉਹ ਬਿਲਕੁਲ ਠੀਕ ਹੈ ਕਿ ਉਹ ਐਸਡੀਐਮ ਕੋਲ ਆਪਣੀ ਫਰਿਆਦ ਲੈ ਕੇ ਕਿਵੇਂ ਜਾਊਗਾ, ਕਿਵੇਂ ਡੀਸੀ ਤੱਕ ਪਹੁੰਚ ਕਰੂਗਾ, ਉਹਦੀ ਕਿਸੇ ਨੇ ਸੁਣਵਾਈ ਕਰਨੀ ਹੋਈ। ਦੂਜੀ ਗੱਲ ਆ, ਦੇਖੋ ਡਿਵਰਸਿਫਿਕੇਸ਼ਨ ਦੀ ਆਪਾਂ ਗੱਲ ਕਰਦੇ ਆ, ਔਰ ਪੰਜਾਬ ਸਰਕਾਰ ਨੇ ਵੀ ਡਿਵਰਸਿਫਿਕੇਸ਼ਨ ਤੇ ਬਹੁਤ ਜ਼ਿਆਦਾ ਕੰਮ ਕੀਤਾ, ਪਰ ਕਿਉਂਕਿ ਇਹ ਅਸ਼ੋਰਡ ਇਨਕਮ ਹੈ ਔਰ ਐਮਐਸਪੀ ਜਿਹੜੀ ਆ ਉਹ ਉਹਨੂੰ ਪ੍ਰੋਪਰ ਮਿਲਦੀ ਹੈ, ਤੇ ਇਸ ਕਰਕੇ ਉਹ ਇਸ ਗੱਲ ਤੋਂ ਬਾਹਰ ਨਹੀਂ ਜਾ ਸਕਿਆ। ਔਰ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਵੀ, ਭਾਵੇਂ ਆਪਾਂ ਜ਼ੋਰ ਲਾਉਨੇ ਆ, ਟੈਕਨੀਕਲ ਖੇਤੀ ਵੀ ਹੋਣ ਲੱਗੀ ਹੈ, ਪਰ ਫਿਰ ਵੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਅੜਿੱਕੇ ਨੇ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜਿਹੜਾ ਵਾ ਉਹਨੂੰ, ਕਿਉਂਕਿ ਦੇਖੋ ਨਾ, ਇੱਕ ਤਾਂ ਮੁੱਲ ਨਹੀਂ ਮਿਲਦਾ, ਉਹਨੂੰ ਮੰਡੀਕਰਨ ਸਿਸਟਮ ਨਹੀਂ ਮਿਲਦਾ। ਔਰ ਜੇ ਮੰਡੀਕਰਨ ਸਿਸਟਮ ਮਿਲ ਜੇ, ਜਿਵੇਂ ਝੋਨੇ ਔਰ ਕਣਕ ਤੇ ਆ, ਤਾਂ ਫਿਰ ਉਹਨੂੰ ਦੂਸਰੀਆਂ ਫਸਲਾਂ ਉਗਾਉਣ ਤੇ ਕੋਈ ਵੀ ਆਪੱਤੀ ਨਹੀਂ, ਉਹਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਕਿਉਂਕਿ ਉਹਦੇ ਤੇ ਉਹਨੂੰ ਸਿਕਿਉਰਿਟੀ ਨਹੀਂ ਮਿਲਦੀ, ਉਹਨੂੰ ਉਹਦੇ ਤੇ ਮੁੱਲ ਹੀ ਨਹੀਂ ਮਿਲਦਾ ਉਹਨੂੰ ਪ੍ਰੋਪਰ, ਇਸ ਕਰਕੇ ਫਿਰ ਉਹ ਉਸ ਪਾਸੇ ਜਾਂਦਾ ਨਹੀਂ। ਇਸ ਕਰਕੇ ਅਗਰ ਅਸੀਂ ਡਿਵਰਸਿਫਿਕੇਸ਼ਨ ਚਾਹੁੰਦੇ ਆ ਤਾਂ ਸਾਨੂੰ ਫਿਰ ਇਸ ਤੇ ਬਿਲਕੁਲ ਕਾਨੂੰਨ ਬਣਾਉਣੇ ਪੈਣਗੇ ਤਾਂ ਕਿ ਉਹਨੂੰ ਪ੍ਰੋਪਰ ਉਹਦੇ ਤੇ ਉਹਦਾ ਫਸਲ ਦਾ ਮੁੱਲ ਮਿਲ ਸਕੇ। ਔਰ ਦੇਖੋ ਇਹ ਜਿਹੜਾ ਸਿਸਟਮ ਅੱਜ ਆਪਾਂ ਗੱਲ ਕਰ ਰਹੇ ਆ ਨਾ, ਕੋਟਲੀ ਸਾਹਿਬ ਮੈਂ ਹੋਰ ਮੰਡੀਕਰਨ ਸਿਸਟਮ ਮੈਂ ਮਾਫੀ ਚਾਹੁੰਦਾ ਤੁਹਾਨੂੰ ਵਿਚਾਲੇ ਰੋਕ ਰਿਹਾ, ਮੈਂ ਇੱਕ ਛੋਟਾ ਜਿਹਾ ਸਵਾਲ ਮੈਂ ਐਡ ਕਰ ਦਵਾਂ, ਜਿਹੜਾ ਵਾ ਉਹ ਨਹੀਂ ਦੇਖੋ ਬੀਜੇਪੀ
ਜੀ ਕੋਟਲੀ ਸਾਹਿਬ ਮੈਂ ਇੱਕ ਛੋਟਾ ਜਿਹਾ ਸਵਾਲ ਐਡ ਕਰ ਦਵਾਂ। ਦੇਖੋ ਜਦੋਂ ਸਵਾਲ ਹੋ ਰਿਹਾ ਹੈ ਨਾ ਕਿ ਮੱਕੀ ਦੀ ਐਮਐਸਪੀ ਦੇ ਉੱਤੇ ਮੱਕੀ ਕਿਉਂ ਨਹੀਂ ਖਰੀਦੀ ਜਾਂਦੀ ਜਾਂ ਸਰੋਂ ਕਿਉਂ ਨਹੀਂ ਖਰੀਦੀ ਜਾਂਦੀ ਜਾਂ ਕਾਟਨ ਕਿਉਂ ਨਹੀਂ ਖਰੀਦੀ ਜਾਂਦੀ, ਤਾਂ ਬੀਜੇਪੀ ਤਰਕ ਦੇ ਰਹੀ ਹੈ। ਬੀਜੇਪੀ ਤਰਕ ਦਿੰਦੀ ਹੈ ਕਿ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸੂਬਾ ਸਰਕਾਰ ਜਿਹੜੀ ਐਮਐਸਪੀ ਜਿਹੜੀਆਂ ਜਿੰਸਾਂ ਹੈਗੀਆਂ ਨੇ ਉਹ ਖਰੀਦੇ ਉਹਨਾਂ ਨੂੰ ਐਮਐਸਪੀ ਦੇ ਉੱਤੇ। ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਜੇ ਮੱਕੀ ਘੱਟ ਰੇਟ ਤੇ ਵਿਕ ਰਹੀ ਹੈ, ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਜੇ ਕਾਟਨ ਘੱਟ ਰੇਟ ਤੇ ਵਿਕ ਰਹੀ ਹੈ। ਮੈਂ ਹਰਮੀਤ ਜੀ ਆ ਰਿਹਾ ਤੁਹਾਡੇ ਕੋਲ ਇੱਕ ਰਿਐਕਸ਼ਨ ਲੈ ਲਈਏ। ਗੌਰਵ ਜੀ ਤੁਹਾਡੀ ਜਿਹੜੀ ਗੱਲ ਆ ਨਾ ਮੈਨੂੰ ਪ੍ਰੋਪਰ ਨਹੀਂ ਸੁਣ ਸਕੀ ਕਿਉਂਕਿ ਵਿੱਚੋਂ ਦੂਸਰੇ ਬੁਲਾਰੇ ਜਿਹੜੇ ਨੇ ਆਪਣੀ ਗੱਲ ਰੱਖ ਰਹੇ ਸੀਗੇ ਤੇ ਮੈਨੂੰ ਤੁਹਾਡੇ ਸਵਾਲ ਦਾ ਪਤਾ ਨਹੀਂ ਲੱਗਿਆ ਵੀ ਤੁਸੀਂ ਕਣਕ ਝੋਨੇ ਨੂੰ ਛੱਡ ਕੇ ਜੇ ਮੱਕੀ ਦਾ ਅਸੀਂ ਜ਼ਿਕਰ ਕਰਦੇ ਹਾਂ, ਮੱਕੀ ਸਰੋਂ ਤੇ ਕਾਟਨ ਮੈਂ ਤਿੰਨ ਫਸਲ ਹੀ ਲੈ ਲਵਾਂ ਤੇ ਇਹਨਾਂ ਦੇ ਐਮਐਸਪੀ ਤੋਂ ਬਹੁਤ ਥੱਲੇ ਵਿਕਦੀ ਹੈ ਜਿਹੜੀ ਫਸਲ ਹੁੰਦੀ ਹੈ। ਬੀਜੇਪੀ ਇਲਜ਼ਾਮ ਲਗਾਉਂਦੀ ਹੈ ਕਿ ਪੰਜਾਬ ਸਰਕਾਰ ਦੀ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ, ਉਹ ਨਹੀਂ ਕਰ ਪਾਉਂਦੀ। ਦੇਖੋ ਇਹ ਸਾਰੀਆਂ ਜਿਹੜੀਆਂ ਵਸਤੂਆਂ ਨੇ ਉਹ ਕੇਂਦਰ ਸਰਕਾਰ ਦੇ ਅਧੀਨ ਨੇ ਤੇ ਇਸ ਕਰਕੇ ਪੰਜਾਬ ਸਰਕਾਰ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਪੰਜਾਬ ਸਰਕਾਰ ਨੇ ਤਾਂ ਸਿਰਫ ਇੱਕ ਜਿਵੇਂ ਕਹਿ ਲਓ ਆਪਾਂ ਇੱਕ ਮੀਡੀਏਟਰ ਦਾ ਰੋਲ ਅਦਾ ਕਰਨਾ ਹੁੰਦਾ। ਤੋ ਇਸ ਕਰਕੇ ਇਹਦੇ ਲਈ ਤਾਂ ਸਾਨੂੰ ਸਖਤ ਕਾਨੂੰਨ ਬਣਾਉਣੇ ਪੈਣਗੇ ਔਰ ਜਿਹੜੇ ਲੋੜ ਕਾਨੂੰਨਾਂ ਦੀ ਉਹ ਤਾਂ ਅਸੀਂ ਬਣਾ ਨਹੀਂ ਰਹੇ, ਬਲਕਿ ਜਿਹੜੇ ਕਾਨੂੰਨ ਜਿਹੜੇ ਠੀਕ ਚੱਲ ਰਹੇ ਨੇ ਔਰ ਜਿਹੜੇ ਸਿਸਟਮ ਇੱਕ ਵਧੀਆ ਚੱਲ ਰਹੇ ਹਨ, ਇਨ ਸਿਸਟਮ ਜਿਹੜਾ ਪ੍ਰੋਪਰ ਚੱਲ ਰਿਹਾ ਉਹਨੂੰ ਅਸੀਂ ਖਰਾਬ ਕਰਨ ਦੇ ਤੁਲੇ ਹੋਏ ਹਾਂ। ਸੋ ਇਸ ਕਰਕੇ ਜਦੋਂ ਕਣਕ ਔਰ ਝੋਨੇ ਦਾ ਹੀ ਹੁਣ ਐਡਾ ਬਾਬਲ ਵਾਲਾ ਖੜਾ ਹੋ ਗਿਆ ਤਾਂ ਫਿਰ ਮੱਕੀ ਕਣਕ ਮੱਕੀ ਤੇ ਹੋਰ ਕਿਹਦੀ ਗੱਲ ਸੁਣਨੀ ਹੈ? ਨਹੀਂ ਪ੍ਰੋਬਲਮ ਤਾਂ ਉਹੀ ਹੈ ਸਰ ਕਿ ਜੇ ਮੱਕੀ ਖਰੀਦੀ ਜਾ ਰਹੀ ਹੁੰਦੀ ਹੈ ਐਮਐਸਪੀ ਤੇ ਜੇ ਸਭ ਕੁਝ ਹਰਮੀਤ ਜੀ ਰੱਖਿਆ ਹੋਇਆ ਠੀਕ ਹੈ ਕੋਟਲੀ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ ਹਰਮੀਤ ਜੀ ਉੱਥੋਂ ਪੈਸੇ ਲਿਆ ਕੇ ਕਿਸਾਨ ਭਰਾਵਾਂ ਤੱਕ ਪਹੁੰਚਾਉਣੇ ਕੇਂਦਰ ਸਰਕਾਰ ਤੋਂ ਪੈਸਾ ਲਿਆ ਕੇ 14000 ਕਰੋੜ ਦੀ ਦੂਸਰੇ ਸੂਬਿਆਂ ਨੂੰ ਪਹੁੰਚਾਇਆ ਗਿਆ ਨਾ ਬਾਸਮਤੀ ਵਾਲਿਆਂ ਨੂੰ ਪਹੁੰਚਾਇਆ ਗਿਆ ਕਿਸੇ ਨੂੰ ਪੈਸੇ ਨਹੀਂ ਪਹੁੰਚਾਏ ਗਏ। ਉਸੇ ਕਰਕੇ ਕਿਸਾਨ ਭਰਾ ਗੁੱਸੇ 'ਚ ਹੈ। ਕਿਸਾਨ ਭਰਾਵਾਂ ਕੋਲੇ ਜਾਓ ਉਹ ਕਹਿਣਗੇ ਮੱਕੀ ਨਹੀਂ ਵਿਕੀ ਸਾਡੀ ਬਾਸਮਤੀ ਨਹੀਂ ਵਿਕੀ। ਨਹੀਂ ਹਰਮੀਤ ਜੀ ਮੇਰਾ ਇੱਕ ਸਵਾਲ ਵੀ ਹੈ ਜਿਹੜਾ ਕਿਸਾਨ ਦੀ ਗੱਲ ਵੀ ਸੁਣ ਲਓ, ਡਿਵਰਸਿਫਿਕੇਸ਼ਨ ਦੀ ਗੱਲ ਹਾਂ ਦੱਸੋ ਸਵਾਲ ਪੁੱਛੋ ਜੀ। ਸਵਾਲ ਮੇਰਾ ਇਹ ਵੀ ਹੈ ਦੀ ਗੱਲ ਚੱਲੀ ਸੀ ਮੈਂ ਉਹਦਾ ਪਹਿਲੇ ਆਨਸਰ ਦੇ ਦਵਾਂ। ਦੇਖੋ ਡਿਵਰਸਿਫਿਕੇਸ਼ਨ ਦੀ ਗੱਲ ਕਰ ਰਹੇ ਨੇ ਠੀਕ ਹੈ ਤੁਸੀਂ ਪਹਿਲਾਂ ਆਨਸਰ ਦੇ ਦਿਓ। ਹਾਂ ਪਹਿਲਾਂ ਆਪਾਂ ਡਿਵਰਸਿਫਿਕੇਸ਼ਨ ਦੀ ਗੱਲ ਚੱਲਦੀ ਉਹਦਾ ਆਨਸਰ ਦੇ ਦਿੰਦੇ ਆ ਫਿਰ ਤੁਹਾਡਾ ਸਵਾਲ ਲੈ ਲੈਂਦੇ ਆ। ਜਿਹੜਾ ਡਿਵਰਸਿਫਿਕੇਸ਼ਨ ਕੀਤਾ ਕਿਸਾਨਾਂ ਨੇ ਬਹੁਤ ਵੱਡਾ ਡਿਵਰਸਿਫਿਕੇਸ਼ਨ ਗੰਨੇ 'ਚ ਕਰਤਾ ਸੀਗਾ। ਗੰਨੇ ਦੀਆਂ ਇਹਨਾਂ ਨੇ ਜਗਰਾਵਾਂ ਵਾਲੀ ਮਿੱਲ ਪੜਤੀ, ਜੀਰੇ ਵਾਲੀ ਪੜਤੀ, ਫਰੀਦਕੋਟ ਪੜਤੀ, ਸਾਰੀਆਂ ਮਿੱਲਾਂ ਨੂੰ ਖਤਮ ਕਰਤਾ। ਜਿਹੜੇ ਜਗ੍ਹਾ ਮਿੱਲਾਂ ਹੈਗੀਆਂ ਗੰਨਾ ਹੁੰਦਾ ਵੀ ਉਹਦੀ ਪੇਮੈਂਟ ਨਹੀਂ ਹੁੰਦੀ, ਉਹ ਫਸਲ ਤਾਂ ਹੀ ਬਦਲਦੇ ਚੇਂਜ 80% ਤੱਕ ਹੁਣ ਕਣਕ ਝੋਨੇ ਵਾਲੀ ਫਸਲ ਲੱਗ ਗਈ। ਨਰਮਾ ਜਦੋਂ ਐਮਐਸਪੀ ਤੇ ਨਹੀਂ ਖਰੀਦਿਆ ਗਿਆ ਤਾਂ ਇਹ ਕਣਕ ਝੋਨੇ ਵਾਲੀ ਖਰੀਦ ਤੇ ਆਇਆ। ਤੇ ਜਿਹੜੀਆਂ ਉਧਰ ਲਾਇਆ ਸੀ ਕੀਨੂਆ ਦਾ ਜੂਸ ਕੱਢਣ ਵਾਲਾ ਪਲਾਂਟ ਅਬੋਹਰ ਦੇ ਵਿੱਚ ਉਹ ਸਰਕਾਰ ਨੇ ਹਾਲੇ ਤੱਕ ਨਹੀਂ ਚਲਾਇਆ। ਜਿਹੜੇ ਬਾਗਬਾਨ ਬਾਗ ਲਗਵਾਏ ਵੀ ਸੀ ਬਾਗ ਪੁੱਟੇ ਗਏ, ਕੁਝ ਸੇਮ ਨਾ ਪੁੱਟੇ ਗਏ, ਕੁਝ ਇਹਨਾਂ ਦੇ ਮਾਰਕੀਟ ਨਾ ਹੋਣ ਨਾਲ ਪੁੱਟੇ ਗਏ। ਜਿਹੜੀ ਮਾਰਕੀਟ ਦੀ ਗੱਲ ਕਰ ਰਿਹਾ ਸੀ ਓਪਨ ਮਾਰਕੀਟ ਕਰ ਰਿਹਾ ਉਹ ਸ਼ੋਸ਼ਣ ਹੋਊਗਾ। ਜਿਹੜਾ ਆਹ ਗੰਨਾ ਚੱਲਦਾ ਸੀ ਐਮਐਸਪੀ ਤੇ ਖਰੀਦਿਆ ਗਿਆ ਸੀ ਉਹਦੀ ਪੇਮੈਂਟ ਨਹੀਂ ਹੋਈ ਤੇ ਉਹਨਾਂ ਕੰਪਨੀਆਂ ਤੋਂ ਅਸੀਂ ਕੀ ਪੁੱਛ ਪੜ ਲਾਂਗੇ? ਠੀਕ ਹੈ ਉਹ ਕੰਪਨੀਆਂ ਕੋਲ ਕਿੱਥੋਂ ਚਲੇ ਜਾਵਾਂਗੇ ਪੇਮੈਂਟ ਲੈਣ? ਉਹਨਾਂ ਦੇ ਕੰਟਰੈਕਟ ਕਿਸੇ ਤਰੀਕੇ ਨਾਲ ਹਰਮੀਤ ਜੀ ਮੈਂ ਇੱਕ ਛੋਟਾ ਜਿਹਾ ਸਵਾਲ ਐਡ ਕਰ ਲਵਾਂ। ਮੈਂ ਕੁਲਦੀਪ ਜੀ ਦਾ ਰੁਕ ਕਰਦਾ ਉਸ ਤੋਂ ਬਾਅਦ ਕੁਲਦੀਪ ਜੀ ਤੇ ਕੋਟਲੀ ਸਾਹਿਬ ਦਾ। ਹਰਮੀਤ ਜੀ ਮੇਰਾ ਇੱਕ ਸਵਾਲ ਕਰਦੇ ਆ ਉਹ ਨਹੀਂ ਹਰਮੀਤ ਜੀ ਹਰਮੀਤ ਜੀ ਮੈਂ ਇੱਕ ਛੋਟਾ ਜਿਹਾ ਸਵਾਲ ਐਡ ਕਰ ਦਵਾਂ। ਦੇਖੋ ਕਣਕ ਝੋਨੇ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਝੋਨੇ ਦਾ ਜਦੋਂ ਜ਼ਿਕਰ ਆਂਦਾ ਹੈ ਤੁਸੀਂ ਵੀ ਸਹਿਮਤ ਹੋਵੋਗੇ ਕਿ ਪੰਜਾਬ ਉਹ ਸੂਬਾ ਜਿੱਥੇ ਕੰਜ਼ੰਪਸ਼ਨ ਬਹੁਤ ਘੱਟ ਹੈ, ਯਾਨੀ ਕਿ ਪੰਜਾਬੀ ਬਹੁਤ ਜ਼ਿਆਦਾ ਚਾਵਲ ਖਾਣਾ ਪਸੰਦ ਨਹੀਂ ਕਰਦੇ, ਯਾਨੀ ਕਿ ਜਿਹੜਾ ਇੱਥੇ ਜਿਹੜੀ ਪ੍ਰੋਡਕਸ਼ਨ ਹੋ ਰਹੀ ਹੈ ਉਹ ਜਾਂਦਾ ਤਾਂ ਸਾਰਾ ਬਾਹਰ ਹੀ ਹੈ। ਤੇ ਬੀਜੇਪੀ ਤਰਕ ਇਹ ਦਿੰਦੀ ਹੈ ਕਿ ਅਸੀਂ ਤਾਂ ਇਹੀ ਕੰਮ ਕਰ ਰਹੇ ਹਾਂ ਕਿ ਸਿੱਧਾ ਜਿਹੜੇ ਕਿਸਾਨ ਆ ਉਹ ਵੇਚ ਸਕਣ, ਉਹਨੂੰ ਜਿਹੜੇ ਫਸਲ ਦਾ ਵੱਧ ਪੈਸੇ ਮਿਲ ਸਕਣ। ਇਹ ਝੋਨਾ ਜੀ ਇਹ ਏਸੀ ਕਮਰੇ 'ਚ ਬੈਠ ਕੇ ਇਹ ਕਰ ਰਹੇ ਨੇ। ਇਹ ਜਿਹੜੇ ਰੂਲ ਬਣਾਏ ਗਏ ਆ ਝੋਨਾ ਦਾ ਬਲਕ 'ਚ ਆ ਜਾਣਾ 15 ਦਿਨਾਂ 'ਚ ਮੰਡੀਆਂ ਭਰ ਦੇਣੀਆਂ, ਉਹ 'ਚ ਮੰਡੀ ਦਾ ਜਦੀ ਸ਼ੋਸ਼ਣ ਹੋ ਜਾਊਗਾ। ਕਿਸਾਨ ਝੋਨਾ ਇੱਕ ਵੀ ਆਪਣੇ ਘਰੇ ਰੱਖ ਸਕਦਾ। ਜਿਵੇਂ ਤੁਸੀਂ ਦੱਸਿਆ ਵੀ ਪੰਜਾਬ ਦੇ ਵਿੱਚ ਆਪਾਂ ਝੋਨਾ ਚੌਲ ਖਾਂਦੇ ਨਹੀਂ ਹੈਗੇ, ਬਾਹਰ ਜਾਂਦਾ ਵਾ। ਤੇ ਇਹ ਅਗਾਇਆ 1966 ਦੇ ਵਿੱਚ ਸ਼ੁਰੂ ਕੀਤੀ ਇਹਨਾਂ ਨੇ ਐਮਐਸਪੀ, ਜਦੋਂ ਭੁੱਖੇ ਮਰਦੇ ਸੀ ਸਾਰੀ ਸਟੇਟਸ। ਉਦੋਂ ਪੰਜਾਬ ਦਾ ਨਾਲ ਹੀ ਪਾਣੀ ਗਵਾਤਾ, ਨਾਲ ਹੀ ਜ਼ਹਿਰ ਕੀ ਕਰਤੀ ਧਰਤੀ, ਨਾਲ ਹੀ ਸਾਨੂੰ ਹੁਣ ਠੋਕਣਾ ਮਾਰਦੇ ਆ। ਜਿਹੜਾ 50 ਸਾਲ ਅੰਨ ਖਿਲਾਇਆ ਉਹਦਾ ਘੱਟੋ ਘੱਟ 10-20 ਸਾਲ ਨੂੰ ਦੇਣੇ ਚਾਹੀਦੇ ਸੀ ਪੰਜਾਬ ਨੂੰ ਲੱਗ, ਜਿਵੇਂ ਪੰਜਾਬ ਤੇ ਹਰਿਆਣੇ ਨੂੰ ਐਮਐਸਪੀ ਦਿੱਤੀ ਸੀ। ਹੁਣ ਉਹਦਾ ਸਾਨੂੰ ਸ਼ੋਸ਼ਣ ਕਰ ਰਹੇ ਆ। ਪੂਰਾ ਸਭ ਦਾ ਰਿਐਕਸ਼ਨ ਲੈਣਾ। ਮੈਂ ਹਰਮੀਤ ਜੀ ਤੁਹਾਡੇ ਕੋਲ ਇੱਕ ਛੋਟਾ ਆਪਦੀ ਮਰਜ਼ੀ ਨਾਲ ਫਸਲ ਲਗਵਾਈ ਸੀ ਸਰਕਾਰ ਨੇ, ਸਾਡੀ ਇਹ ਫਸਲ ਨਹੀਂ ਸੀ, ਨਾ ਇਹ ਪੰਜਾਬ ਦੀ ਏਰੀਆ ਦੀ ਫਸਲ ਸੀ। ਕੁਲਦੀਪ ਜੀ ਬਹੁਤ ਵਧੀਆ ਗੱਲ ਹੈ। ਕਿਸਾਨ ਭਰਾ ਬਿਲਕੁਲ ਸਹੀ ਮੁੱਦਾ ਉਠਾ ਰਹੇ ਆ
ਔਰ ਮੈਂ ਇਸ ਗੱਲੋਂ 100% ਮੈਂ ਜਿਹੜੇ ਵੀ ਉਹਨਾਂ ਨੇ ਮੁਸ਼ਕਲਾਂ ਕਹੀਆਂ ਤਾਂ ਮੈਂ ਜਦੋਂ ਸਾਰਾ ਬਿੱਲ ਪੜਿਆ ਮੈਨੂੰ ਲੱਗਦਾ ਉਹ ਸਾਰੀਆਂ ਹੱਲ ਉਹਦੇ ਵਿੱਚ ਹੈਗੇ ਆ। ਠੀਕ ਹੈ, ਖਦਸ਼ੇ ਆ, ਗਾਈਡਲਾਈਨਸ ਘੱਟ ਹੈ, ਉਹ ਗਾਈਡਲਾਈਨਸ ਤੇ ਚਰਚਾ ਹੋ ਸਕਦੀ ਹੈ। ਠੀਕ ਹੈ, ਦੇਖੋ ਪਹਿਲਾਂ ਆਪਣੀ ਮੰਡੀ ਉਵੇਂ ਦੀ ਉਵੇਂ ਚੱਲਦੀ ਹੈ। ਝੋਨੇ ਕਣਕ ਤੋਂ ਡਿਵਰਸਿਫਿਕੇਸ਼ਨ ਲਈ ਇੱਕ ਵੱਖਰਾ ਸਿਸਟਮ ਚਾਹੀਦਾ ਸੀ, ਵੱਖਰਾ ਸਿਸਟਮ ਆ ਗਿਆ। ਉਹ ਸਿਸਟਮ ਨੂੰ ਆਪਾਂ ਕੰਮ ਤੇ ਲਾਈਏ, ਜਦੋਂ ਉਹਦੇ ਤੇ ਫਲॉज ਹੋਣਗੇ ਆਪਾਂ ਉਹਦੇ ਤੇ ਗੱਲ ਕਰਾਂਗੇ ਅੱਗੇ। ਜਿਹੜੇ ਅੱਜ ਦੇ ਤੁਹਾਡੇ ਸ਼ਿਕਵੇ ਆਪਾਂ ਬੈਠ ਕੇ ਉਹਦਾ ਹੱਲ ਕਰ ਲੈਂਦੇ, ਉਹ ਕਿੱਡੀ ਕੀ ਗੱਲ ਹੈ। ਠੀਕ ਹੈ ਜੀ। ਦੇਖੋ ਕੋਆਪਰੇਟ ਕੰਪਨੀਆਂ ਹੁੰਦੀਆਂ ਉਹ ਮੁਕਾਬਲਾ ਕਰਦੀਆਂ ਡਿਮਾਂਡ ਐਂਡ ਸਪਲਾਈ ਤੇ 5% 6% ਤੇ ਖੇਡਦੀਆਂ। 8% ਦਾ ਫਰਕ ਹੀ ਪਾਤਾ ਉਹਨੂੰ ਮਾਰਕੀਟ ਦੇਣ ਵਾਲੇ। 8% ਸਰਕਾਰ ਨਹੀਂ ਦੇਤਾ ਉਹਨਾਂ ਨੂੰ ਫਰਕ, ਉਹ ਕੰਪੀਟੀਟਰ ਲੈ ਜਾਣਗੀਆਂ ਅੱਗੇ। ਅੱਜ 100 ਰੁਪਏ ਦੇ ਵੀ ਦੇਣਗੇ ਕਿਸਾਨ ਨੂੰ। 3 ਸਾਲ ਬਾਅਦ ਜਦੋਂ ਮੰਡੀਆਂ ਨਾ ਰਹੀਆਂ, ਆੜਤੀਆਂ ਆਪਣਾ ਬੋਰੀ ਬਿਸਤਰਾ ਲੈ ਕੇ ਵਾਪਸ ਚਲੇ ਗਏ, ਫੇਰ ਕਿਸਾਨ ਕਿੱਥੇ ਜਿੱਤ ਜਾਊਗਾ। ਇਹ ਵੀ ਦੇਖਣਾ ਪੈਣਾ ਨਾ ਜੀ, ਜਿਹੜੇ ਤੁਸੀਂ ਹੋਏ ਆ ਅੱਜ ਇਹਨਾਂ ਦੇ ਸਾਰੇ ਚੱਲ ਰਿਹਾ। ਜਾਦੂ ਕੰਪਨੀਆਂ ਨੇ ਆ ਕੇ 100 ਰੁਪਏ ਦੀ छोटा जिहा सवाल सर, बहुत कट टाइम है, बहुत कट टाइम है, आप बिल्कुल पॉइंट टू पॉइंट आइए। बहुत कट टाइम है, मेरे को 2-2.5 मिनट ही बाकी ने बस। कुलदीप जी मेरा एक सवाल है, एक सवाल है इंश्योरेंस जी सर जी सर गारंटी क्यों नहीं लेना चाहती केंद्र की सरकार एमएसपी ਦੇ ਉੱਤੇ? ਪੈਣਾ ਮੰਡੀ ਦੇ ਵਿੱਚ 8% ਵੱਧ ਪੈਣਾ। ਨਹੀਂ ਸਰ, ਐਮਐਸਪੀ ਦੀ ਗਾਰੰਟੀ ਕਿਉਂ ਨਹੀਂ ਲੈਣਾ ਚਾਹੁੰਦੀ? ਕਾਨੂੰਨ ਦੇ ਵਿੱਚ ਲਿਖਣ ਚ ਕੀ ਇਤਰਾਜ਼ ਹੈ? ਨਹੀਂ ਕੁਲਦੀਪ ਜੀ, ਸਿੱਧਾ ਸਵਾਲ ਹੈ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਾਨੂੰਨ ਪੜ੍ਹਿਆ ਸਰ। ਸੁਣ ਲਓ ਸਰ, ਤੁਸੀਂ ਕਹਿ ਰਹੇ ਹੋ ਕਾਨੂੰਨ ਤੁਸੀਂ ਪੜ੍ਹਿਆ, ਪੂਰਾ ਪੜ੍ਹਿਆ, ਤਾਂ ਉਸ ਦੇ ਵਿੱਚ ਐਮਐਸਪੀ ਗਾਰੰਟੀ ਹੈ ਕਿ ਐਮਐਸਪੀ ਤੇ ਹੀ ਖਰੀਦਾਂਗੇ, ਜੇਕਰ ਕੋਈ ਥੱਲੇ ਖਰੀਦਿਆ ਤਾਂ ਉਸ ਦੇ ਖਿਲਾਫ ਕੇਸ ਹੋ ਜਾਏਗਾ? ਇੱਕ ਅੱਖਰ ਨਹੀਂ ਲਿਖਿਆ ਐਮਐਸਪੀ ਦੀ ਗਾਰੰਟੀ ਤੇ। ਬਿਲਕੁਲ ਮੇਰੀ ਗੱਲ ਸੁਣੋ ਜੀ, ਜੇ ਇੱਕ ਅੱਖਰ ਨਹੀਂ ਲਿਖਿਆ। ਮੈਂ ਤੁਹਾਨੂੰ ਪੀਡੀਐਫ ਭੇਜ ਦਿੰਦਾ, ਜਿਹਨੇ ਕੰਟਰੈਕਟ ਫਾਰਮਿੰਗ ਕਰਨੀ ਹੈ ਉਹ ਐਮਐਸਪੀ ਤੋਂ ਘੱਟ ਨਹੀਂ ਕਰ ਸਕਦਾ। ਈਵਨ ਕਿਸਾਨ ਨਹੀਂ ਕਰਨੀ ਸਰ, ਕੰਟਰੈਕਟ ਫਾਰਮਿੰਗ ਨਹੀਂ ਕਰਨੀ, ਉਸ ਨੂੰ ਬਾਅਦ ਦੇ ਵਿੱਚ ਅਲੱਗ ਕਲੌਜ਼ ਹੈ ਸਰ। ਸਿੰਪਲ ਕਣਕ ਵੇਚਣੀ ਹੈ, ਆਪਣੀ ਕਣਕ ਵੇਚਣੀ ਹੈ 3 ਕਿੱਲੇ ਜ਼ਮੀਨ ਦੀ। ਸੀ ਕਿ ਇੱਕ ਬੋਲ ਪੈਨ ਵਾਲਾ 3 ਕਿੱਲੇ ਜ਼ਮੀਨ ਹੈ ਸਾਡੇ ਕੋਲ, ਅਸੀਂ ਕਣਕ ਵੇਚਣੀ ਹੈ। ਐਮਐਸਪੀ ਇੰਸ਼ੋਰੈਂਸ ਹੈ ਕਿ ਨਹੀਂ ਹੈ? ਸਾਡੀ ਫਸਲ ਦੀ ਕੀਮਤ ਅਸੀਂ ਖੁਦ ਨਿਰਧਾਰਤ ਕਿਉਂ ਨਹੀਂ ਕਰਦੇ? ਅੱਜ ਇੱਕ ਕਾਨੂੰਨ ਆ ਗਿਆ ਜਿਹਦੇ ਵਿੱਚ ਅਸੀਂ ਆਪਣੀ ਫਸਲ ਦੀ ਕੀਮਤ ਖੁਦ ਨਿਰਧਾਰਤ ਕਰਾਂਗੇ। ਫਾਰਮਿੰਗ ਕਰ ਲੂਗਾ ਉਹ ਭਾਜੀ ਜੀ ਜਵਾਬ ਦੇ ਦਿਓ ਜੀ, 20 ਸੈਕਿੰਡਸ ਦੁਨੀਆ ਦੇ ਵਿੱਚ ਵੀ ਆਪਣੀ ਫਸਲ ਦੀ ਕੀਮਤ ਆਰਗੇਨਾਈਜੇਸ਼ਨ ਇੱਕ ਸਿਸਟਮ ਹੈ। ਆਪਾਂ ਪੀਓ ਬਣਾਵਾਂਗੇ, ਛੋਟੇ ਕਿਸਾਨ ਅੱਗੇ ਸਮਾਨ ਲੈਣਾ ਹੋਵੇ ਬਜ਼ਾਰੋਂ ਉਹ ਵੀ ਅਸੀਂ ਲੈਣ ਜਾਈਦਾ, ਜਦੋਂ ਵੇਚਣਾ ਹੋਵੇ ਤਾਂ ਛੱਡਣ ਜਾਈਦਾ। ਦੋਨੇ ਪਾਸੇ ਦਾ ਕਿਰਾਇਆ ਸਾਨੂੰ ਪੈਂਦਾ, ਹੋਰ ਕੀ ਰਹਿ ਗਿਆ? ਉਹਦਾ ਨੇ ਪੂਰਾ ਨਹੀਂ ਹੋਇਆ ਕਿਸਾਨ ਨੂੰ। ਦੋਨੇ ਪਾਸੇ ਸਾਹਿਬ ਤੁਹਾਡਾ ਫਾਈਨਲ ਰਿਐਕਸ਼ਨ ਚਾਹੁੰਦਾ ਤਾਂ ਵੀ ਜਾ ਕੇ ਆਪ ਜਾ ਕੇ ਲੈ ਕੇ ਆਉਣਾ ਪੈਂਦਾ, ਜੇ ਵੇਚਣਾ ਹੋਵੇ ਤਾਂ ਵੀ ਸ਼ਹਿਰ ਜਾ ਕੇ ਆਪ ਵੇਚਣਾ ਪੈਂਦਾ। ਜੇ ਪਿਛਲੇ ਜੀ ਹਾਂਜੀ ਇੱਕ ਕਰਕੇ ਬੋਲੀਏ ਸਰ, ਨਹੀਂ ਸਮਝ ਆਉਂਦਾ ਲੋਕਾਂ ਨੂੰ। ਬੜੇ ਲੋਕ ਤਰੀਕੇ ਨਾਲ ਬੈਠੇ ਹੁੰਦੇ ਨੇ ਕਿ ਸਮਝੀਏ ਅਸੀਂ ਕਿ ਅੱਜ ਪੋਲੀਟੀਕਲ ਲੀਡਰਸ ਕੀ ਕਹਿ ਰਹੇ ਨੇ, ਸਾਨੂੰ ਮਜਬੂਰ ਕੀਤਾ ਅੱਜ ਸਾਡੀ ਜਵਾਨੀ ਬਾਹਰ ਕੀ ਕਹਿ ਰਿਹਾ ਹੈ। ਹੁਣ ਆਪਾਂ ਵੱਧ ਸਮਝਣਾ ਚਾਹੁੰਦੇ ਨੇ, ਜਵਾਨੀ ਬਾਹਰ ਰੌਲਾ ਪੈਂਦਾ ਰਹੇਗਾ, ਕੁਝ ਨਹੀਂ ਸਮਝ ਆਉਂਦਾ ਸਰ। ਆਪਦਾ ਮਾਲ ਵਿਦੇਸ਼ਾਂ 'ਚ ਲੈ ਕੇ ਜਾਣਾ, ਸਾਨੂੰ ਇੱਕ ਵਿਵਸਥਾ ਮਿਲੀ ਹੈ, ਇਹਦਾ ਮਜ਼ਾਕ ਨਾ ਬਣਾਈਏ। ਆਪਾਂ ਇਹਨੂੰ ਸਮਝੀਏ, ਇਹਦੇ ਨਾਲ ਆਪਾਂ ਸੰਵਾਦ ਕਰੀਏ ਬੈਠ ਕੇ ਟੇਬਲ ਦੇ ਉੱਤੇ। ਠੀਕ ਹੈ ਕੋਟਲੀ ਸਾਹਿਬ, ਇੱਕ ਤੁਹਾਡਾ ਫਾਈਨਲ ਰਿਐਕਸ਼ਨ। ਕੋਟਲੀ ਸਾਹਿਬ ਤੁਹਾਡਾ ਫਾਈਨਲ ਰਿਐਕਸ਼ਨ। ਗੰਨੇ ਵਾਲਾ ਦਰਾਹੇ ਤਾਂ ਲੈ ਕੇ ਸਵਾਲ ਇਹ ਵੀ ਹੁੰਦੇ ਨੇ ਕਿ ਗੰਨੇ ਵਾਲਾ ਤਾਂ ਡਾਈਵਰਸਿਫਿਕੇਸ਼ਨ ਕੀਤੀ ਹੁੰਦੀ ਆ, ਉਹ ਕਿਉਂ ਨਹੀਂ ਕਾਮਯਾਬ ਹੋਇਆ? ਕੋਟਲੀ ਜੀ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਹਰਿਆਣਾ 'ਚ ਗੰਨੇ ਦਾ ਰੇਟ ਜ਼ਿਆਦਾ ਹੈ, ਪੰਜਾਬ ਵਾਲੇ ਘੱਟ ਦਿੰਦੇ ਨੇ। ਦੇਖੋ ਠੀਕ ਹੈ ਕੋਟਲੀ ਸਾਹਿਬ, ਪੇਮੈਂਟ ਹੀ ਨਹੀਂ ਦਿੰਦੇ ਗੰਨੇ ਦੇਖੋ ਦੀ। ਪਹਿਲੀ ਗੱਲ ਤਾਂ ਪੂਰੇ ਦੇਸ਼ ਦੇ ਵਿੱਚ 70% ਜਿਹੜੀ ਆ ਉਹ ਕਿਸਾਨੀ ਹੈ, ਔਰ 50% ਦੀ ਜਿਹੜਾ ਵਾ ਉਹ ਅੰਨ ਭੰਡਾਰ ਦੇ ਵਿੱਚ ਪੰਜਾਬ ਆਪਣਾ ਹਿੱਸਾ ਪਾਉਂਦਾ। ਤੋਂ ਇਹ ਕਹਿ ਰਹੇ ਨੇ ਕਿ ਸੰਵਾਦ ਕਰੀਏ। ਸੰਵਾਦ ਕਿੱਥੋਂ ਹੋਣਾ ਸੀ? ਜਦੋਂ ਤੱਕ ਤਾਂ ਆਰਡੀਨੈਂਸ ਸੀਗੇ ਉਦੋਂ ਤੱਕ ਤੁਸੀਂ ਜਿਹੜਾ 50% ਸੂਬਾ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਆਪਣਾ ਹਿੱਸਾ ਪਾਉਂਦਾ, ਤੁਸੀਂ ਉਸ ਨੂੰ ਨਹੀਂ ਪੁੱਛ ਰਹੇ, ਕਿਸੇ ਕਿਸਾਨ ਜਥੇਬੰਦੀ ਨੂੰ ਨਹੀਂ ਪੁੱਛ ਰਹੇ, ਔਰ ਕਿਸੇ ਕਿਸਾਨ ਨਾਲ ਤੁਹਾਡੀ ਕੋਈ ਗੱਲ ਨਹੀਂ ਹੋਈ। ਤਾਂ ਤੁਸੀਂ ਹੁਣ ਜਾਣ ਬੁੱਝ ਕੇ ਇਲਜ਼ਾਮ ਲਾ ਰਹੇ ਹੋ ਕਿ ਗੰਨਾ ਜਿਹੜਾ ਉਹ ਹਰਿਆਣੇ 'ਚ ਇੰਨਾ ਵਿਕ ਰਿਹਾ, ਪੰਜਾਬ 'ਚ ਇਸ ਤਰ੍ਹਾਂ ਵਿਕ ਰਿਹਾ। ਇਹ ਤਾਂ ਹੁਣ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹਕੁਨ ਗੱਲਾਂ ਜਿਹੜੀਆਂ ਨੇ ਉਹ ਰਾਜਨੀਤਿਕ ਤੌਰ ਤੇ ਪ੍ਰੇਰਿਤ ਨੇ। ਸੋ ਇਸ ਕਰਕੇ ਜੇ ਸੰਵਾਦ ਕਰਨਾ ਹੀ ਸੀ ਤਾਂ ਤੁਸੀਂ ਜਦੋਂ ਆਰਡੀਨੈਂਸ ਲਿਆਉਣੇ ਸੀ ਉਦੋਂ ਕਰਨਾ ਚਾਹੀਦਾ ਸੀ, ਔਰ ਜਦੋਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣ ਰਹੇ ਸੀਗੇ ਉਦੋਂ ਇਹਨਾਂ ਨੂੰ ਪੁੱਛਣਾ ਚਾਹੀਦਾ ਸੀ। ਪੰਜਾਬ ਸਰਕਾਰ ਤੋਂ ਨਹੀਂ ਪੁੱਛਿਆ ਗਿਆ, ਕਿਸੇ ਜਥੇਬੰਦੀ ਤੋਂ ਨਹੀਂ ਪੁੱਛਿਆ। ਮੇਰੇ ਕਾਂਗਰਸ ਦੇ ਸਤਿਕਾਰਯੋਗ ਮਿੱਤਰ ਮੈਨੂੰ ਦੱਸ ਦੇਣ ਕੀ ਮੁੱਖ ਮੰਤਰੀ ਸਾਹਿਬ ਹੋਇਆ, ਕਦੋਂ ਹੋਇਆ ਮੈਨੂੰ ਦੱਸ ਦਿਓ। ਬਿਲ ਇਹ ਗੱਲ ਤੁਹਾਡਾ ਨੁਮਾਇੰਦਾ ਨਹੀਂ ਗਿਆ, ਕਹਿੰਦੇ ਨੇ ਤੁਹਾਡਾ ਨੁਮਾਇੰਦਾ ਬੀਜੇਪੀ ਕੁਝ ਨਹੀਂ ਪੁੱਛਦਾ। ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਇਹਦਾ ਰੋਲ ਜਿਤਾਇਆ ਚਾਹੁੰਦਾ ਸਾਰਿਆਂ ਤੋਂ ਪ੍ਰਧਾਨ ਮੰਤਰੀ ਵਿਚਾਲੇ ਰੋਕ ਰਹੇ ਹਨ। ਕੋਟਲੀ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਕੁਲਦੀਪ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਹਰਮੀਤ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮੈਂ ਕੋਸ਼ਿਸ਼ ਇਹੀ ਕੀਤੀ ਹੈ ਕਿ ਸਾਰਿਆਂ ਨੂੰ ਪ੍ਰੋਪਰ ਸਮਾਂ ਦਿੱਤਾ ਜਾਵੇ ਕਿ ਉਹ ਆਪਣੀ ਗੱਲ ਰੱਖ ਸਕਣ।
ਦੇਖੋ ਇਸ ਪੂਰੀ ਡਿਬੇਟ ਦੇ ਵਿੱਚ ਦੋ ਤਿੰਨ ਚੀਜ਼ਾਂ ਤਾਂ ਵਧੀਆ ਨਿਕਲ ਕੇ ਆਈਆਂ। ਪਹਿਲੀ, ਜੋ ਸਾਡੇ ਕੋਲ ਖਬਰ ਵੀ ਆਈ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਇੱਕ ਕਮੇਟੀ ਬਣਾ ਦਿੱਤੀ ਹੈ ਜੋ ਕਿਸਾਨਾਂ ਨਾਲ ਗੱਲਬਾਤ ਕਰੇਗੀ। ਹਰਮੀਤ ਜੀ ਸਾਡੇ ਨਾਲ ਜੁੜੇ ਹੋਏ ਸੋ ਉਹ ਕਹਿ ਰਹੇ ਸੀ ਕਿ ਠੀਕ ਹੈ 31 ਜਥੇਬੰਦੀਆਂ ਨੇ, ਅਸੀਂ ਇਕਜੁੱਟ ਹਾਂ ਤੇ ਅਸੀਂ ਇੱਕ ਟੇਬਲ ਤੇ ਬੈਠ ਕੇ ਗੱਲਬਾਤ ਕਰਾਂਗੇ। ਵਧੀਆ ਗੱਲ ਹੈ ਕਿ ਜੇਕਰ ਸੰਵਾਦ ਹੋਵੇ, ਡਾਇਲੌਗਸ ਹੋਣ, ਹਰ ਸਮੱਸਿਆ ਦਾ ਕਿਹਾ ਜਾਂਦਾ ਕਿ ਡਾਇਲੌਗਸ ਦੇ ਨਾਲ ਹੱਲ ਹੋ ਸਕਦਾ ਹੈ। ਤੇ ਉਸ ਤੋਂ ਬਾਅਦ ਜਿਹੜੇ ਬੀਜੇਪੀ ਦੇ ਆਗੂ ਨੇ ਉਹ ਵੀ ਇਹ ਕਹਿੰਦੇ ਨਜ਼ਰ ਆਏ ਕਿ ਅਸੀਂ ਸਭ ਕੁਝ ਪੜਿਆ, ਪੂਰਾ ਅਸੀਂ ਦੇਖਿਆ, ਪਰ ਜੇਕਰ ਫਿਰ ਵੀ ਕਿਸਾਨਾਂ ਨੂੰ ਕੋਈ ਦਿੱਕਤ ਹੈ, ਆਓ ਬੈਠੋ ਗੱਲਬਾਤ ਕਰੀਏ, ਇਸ ਪੂਰੇ ਸਮੱਸਿਆ ਦਾ ਹੱਲ ਕਰੀਏ। ਇਹ ਪਰਫੈਕਟ ਚੀਜ਼ ਹੈ ਕਿ ਜੇਕਰ ਧਰਨੇ ਪ੍ਰਦਰਸ਼ਨਾਂ ਦੀ ਥਾਂ ਗੱਲਬਾਤ ਹੋਣੀ ਸ਼ੁਰੂ ਹੋ ਜਾਵੇ, ਡਾਇਲੌਗਸ ਹੋਣੇ ਸ਼ੁਰੂ ਹੋ ਜਾਣ, ਬਹੁਤ ਵੱਡੇ ਜਿਹੜੇ ਮਸਲੇ ਹੈਗੇ ਨੇ ਦੁਨੀਆ ਦੇ ਵਿੱਚ ਉਹ ਗੱਲਬਾਤ ਦੇ ਜ਼ਰੀਏ ਖਤਮ ਹੋਏ ਨੇ। ਬਹੁਤ ਦੁਸ਼ਮਣ ਦੇਸ਼ਾਂ ਦੇ ਵਿਚਾਲੇ ਖਤਮ ਹੋ ਗਏ। ਇਹ ਤਾਂ ਸਾਡੇ ਸਾਰੇ ਆਪਣੇ ਨੇ, ਚਾਹੇ ਉਹ ਬੀਜੇਪੀ ਦੇ ਲੀਡਰ ਹੋਣ, ਚਾਹੇ ਕਾਂਗਰਸ ਦੇ ਹੋਣ ਜਾਂ ਕਿਸਾਨ ਜਥੇਬੰਦੀਆਂ ਹੋਣ। ਉਮੀਦ ਕਰਾਂਗੇ ਗੱਲਬਾਤ ਦੇ ਜ਼ਰੀਏ ਹੀ ਇਹ ਪੂਰਾ ਜਿਹੜਾ ਮਸਲਾ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਕਰਨਗੀਆਂ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੂਪਰੇਖਾ ਰਹਿੰਦੀ ਹੈ ਇਸ ਪੂਰੇ ਪ੍ਰਦਰਸ਼ਨਾਂ ਦੀ ਤੇ ਨਵੇਂ ਕਾਨੂੰਨਾਂ ਨੂੰ ਲੈ ਕੇ ਕਿਸਾਨ ਦੀ ਤੇ ਬੀਜੇਪੀ ਦੀ, ਉਸ ਦੇ ਉੱਤੇ ਸਾਡੀ ਨਜ਼ਰ ਰਹੇਗੀ। ਇਸ ਖਾਸ ਪੇਸ਼ਕਸ਼ ਦੇ ਵਿੱਚ ਫਿਲਹਾਲ ਦੇ ਲਈ ਨਹੀਂ, ਇਜਾਜ਼ਤ ਦਿਓ। ਧੰਨਵਾਦ।